ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੇ ਸਭ ਦੋਸਤਾਂ ਸੱਜਣਾ ਮਿੱਤਰਾਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਭਗਤ ਸਿੰਘ ਸ਼ਹੀਦ ਤੇ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਅੱਜ ਭਗਤ ਸਿੰਘ ਤੇ बोला जी थैंक यू शुक्रिया ਤੁਹਾਡੀ ਆਵਾਜ਼ ਮੇਰੇ ਕੋਲ ਨਹੀਂ ਪਹੁੰਚ ਰਹੀ ਸੀ ਸ਼ਾਇਦ ਕੋਈ ਇੰਟਰਨੈਟ ਦਾ ਇਸ਼ੂ ਹੈਗਾ ਤੇ ਸਭ ਤੋਂ ਪਹਿਲਾਂ ਤੇ ਮੈਂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦਾ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਡਿਸਕਸ਼ਨ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੋਇਆ ਬਹੁਤ ਵਧੀਆ ਤੇ ਉਹਦੇ 'ਚ ਮੈਨੂੰ ਬੁਲਾਇਆ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਸਪੈਸ਼ਲ ਕਿਉਂਕਿ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਹੀ ਮੈਂ ਅੱਜ ਪੰਜਾਬੀ 'ਚ ਆਪਣੀ ਪਹਿਲੀ ਫਰਸਟ ਟਾਕ ਦੇਣ ਲੱਗੀ ਹਾਂ ਤੇ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ 90ਵੀਂ ਸ਼ਹਾਦਤ ਦਾ ਮੌਕਾ ਹੈ। ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ 90 ਸਾਲ ਹੋ ਗਏ ਨੇ ਤੇ ਅਸੀਂ ਉਹਨਾਂ ਦੀ ਵਿਰਾਸਤ ਤੇ ਗੱਲ ਕਰਾਂਗੇ। ਅੱਜ ਅਸੀਂ ਲਾਹੌਰ 'ਚ ਵੀ ਸੁਣਦੇ ਹਾਂ ਤੇ ਇੱਥੇ ਇੰਡੀਆ 'ਚ ਵੀ ਸੁਣਦੇ ਹਾਂ ਦੋ ਨਾਰੇ ਲੱਗਦੇ ਨੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਂਗੇ ਠੋਕ ਕੇ ਜਾਂ ਭਗਤ ਤੇਰਾ ਮਿਸ਼ਨ ਅਧੂਰਾ ਹਮ ਸਭ ਮਿਲ ਕੇ ਕਰਾਂਗੇ ਪੂਰਾ। ਤੇ ਅੱਜ ਆਪਾਂ ਗੱਲਬਾਤ ਉਸੇ ਤੇ ਕਰਨਾ ਚਾਹੁੰਦੇ ਹਾਂ ਕਿ ਉਹ ਸੋਚ ਕੀ ਸੀ ਉਹ ਮਿਸ਼ਨ ਕੀ ਸੀ ਜਿਹੜਾ ਅਧੂਰਾ ਰਹਿ ਗਿਆ। ਤੇ ਅੱਜ ਤੁਸੀਂ ਦੇਖੋ ਕਿ ਸਾਰੇ ਕੇ ਸਾਰੇ ਕੋਈ ਭਗਤ ਸਿੰਘ ਨੂੰ ਸਾਰੇ ਲੈਫਟ ਹੋਏ ਜਾਂ ਰਾਈਟ ਹੋਏ ਸੋਚਦੇ ਨੇ ਕਿ ਇਹ ਸਾਡੇ ਪਾਲੇ 'ਚ ਆ ਜੇ। ਉਹ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸਾਂਝੇ ਹੀਰੋ ਸੀਗੇ ਜਾਂ ਫਿਰ ਇਹ ਵੀ ਗੱਲ ਹੈਗੀ ਆ ਅਸੀਂ ਇੰਡੀਆ 'ਚ ਦੇਖਦੇ ਹਾਂ ਕਿ RSS ਵਰਗੀ ਜਿਹੜੀ ਪਾਰਟੀ ਹੈ ਉਹ ਵੀ ਉਹਨੂੰ ਆਪਣੇ ਪਾਲੇ ਚਲਾਉਣ ਦੀ ਉਹ ਕਹਿੰਦੇ ਉਹ ਬਹੁਤ ਬੜੇ ਦੇਸ਼ ਭਗਤ ਸੀਗੇ ਜਾਂ ਰਾਸ਼ਟਰਵਾਦੀ ਸੀ। ਤੇ ਸਵਾਲ ਇਹੀ ਹੈ ਅੱਜ ਸਾਡੇ ਸਾਹਮਣੇ ਕਿ ਉਹ ਸੋਚ ਸੀਗੀ ਕੀ ਭਗਤ ਸਿੰਘ ਦੀ ਤੇ ਉਹ ਕਿਹੜੇ ਭਗਤ ਸਿੰਘ ਸੀਗੇ ਉਹ ਜਿਹਦਾ ਦੀ ਗੱਲ ਅਸੀਂ ਜਿਹਦਾ ਚੁੱਕਣ ਦੀ ਅਸੀਂ ਅੱਜ ਗੱਲ ਕਰਦੇ ਹਾਂ ਜਾਂ ਕਿੱਦਾਂ ਦੀ ਆਜ਼ਾਦੀ ਦੀ ਗੱਲ ਭਗਤ ਸਿੰਘ ਨੇ ਕੀਤੀ ਸੀ। ਤੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਇਮੇਜ ਸਭ ਤੋਂ ਪਹਿਲਾਂ ਭਗਤ ਸਿੰਘ ਦੀ ਸਾਡੇ ਸਾਹਮਣੇ ਉਸਾਰੀ ਜਾਂਦੀ ਹੈ ਜਾਂ ਸਭ ਤੋਂ ਪਹਿਲਾਂ ਆਂਦੀ ਹੈ ਉਹ ਇਹੀ ਆਂਦੀ ਹੈ ਕਿ 23 ਸਾਲ ਦਾ ਇੱਕ ਨੌਜਵਾਨ ਸੀ ਬੜਾ ਗੱਭਰੂ ਨੌਜਵਾਨ ਤੇ ਉਹ 23 ਸਾਲਾਂ ਦੀ ਉਮਰ 'ਚ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਤੇ ਜਾਂਦਾ ਹੈ ਤੇ ਉਹਨੂੰ ਚੁੰਮਦਾ ਹੈ ਤੇ ਸਾਰੇ ਜਣੇ ਉਹਨੂੰ ਇੱਕ ਬਹਾਦਰ ਜਾਂਬਾਜ਼ ਨੌਜਵਾਨ ਤੇ ਪੇਸ਼ ਕਰਦੇ ਨੇ। ਮੇਰਾ ਇਹੀ ਹੈ ਕਿ ਭਗਤ ਸਿੰਘ ਦਾ ਜਿਹੜਾ ਹੁਕਮਰਾਨ ਚਾਹੁੰਦਾ ਇਹੀ ਹੈ
ਕਿ ਉਹਦਾ ਜਿਹੜਾ ਚਿੰਤਕ ਦਾ ਰੂਪ ਸੀ ਜਾਂ ਅਧਿਐਨਸ਼ੀਲ ਜਿਹੜਾ ਭਗਤ ਸਿੰਘ ਦੀ ਉਦੋਂ ਡਰਦੇ ਨੇ, ਉਹ ਚਾਹੁੰਦੇ ਨੇ ਕਿ ਭਗਤ ਸਿੰਘ ਦੀ ਇਹੀ ਛਵੀ ਉਭਾਰੀ ਜਾਏ। ਸਾਡਾ ਅੱਜ ਇਹ ਦੇਖੋ ਤੁਸੀਂ ਕਿ ਹੁਣ ਆਪਾਂ ਇੰਨੇ ਮੂਵਮੈਂਟਾਂ 'ਚ ਜਿਵੇਂ ਭਗਤ ਸਿੰਘ ਦੇ ਤਰ੍ਹਾਂ ਦੀ ਪਗੜੀਆਂ ਬਣਾਈ ਜਾ ਰਹੀਆਂ ਨੇ, ਕੋਈ ਕੇਸਰੀ ਪਗੜੀ ਬਣਾਉਂਦਾ ਹੈ, ਕੋਈ ਉਹਨੂੰ ਪੀਲੀ ਪਗੜੀ ਬਣਾਉਂਦਾ ਹੈ। ਤੇ ਇਹਦੇ ਬਾਰੇ ਅਸਾਂ ਇੱਕ ਆਰਟੀਕਲ ਵੀ ਪੜ੍ਹਿਆ ਇਹਦੇ ਬਾਰੇ, ਪ੍ਰੋਫੈਸਰ ਚਮਨ ਲਾਲ ਨੇ 2015 ਚ ਲਿਖਿਆ ਸੀ ਕਿ ਕਿਵੇਂ ਇਹ ਹੈਟ ਵਾਲੇ ਭਗਤ ਸਿੰਘ ਤੋਂ ਪਗੜੀਆਂ ਬਣਾਈ ਗਈਆਂ ਨੇ। ਇਹ ਅਸਲ 'ਚ ਭਗਤ ਸਿੰਘ ਦਾ ਜਿਹੜਾ ਇੱਕ ਵਿਚਾਰਕ, ਜੇ ਉਹਦਾ ਚਿੰਤਕ ਦਾ ਜਿਹੜਾ ਇਮੇਜ ਹੈ, ਉਹਨੂੰ ਛੱਡ ਕੇ ਉਹਨੂੰ ਇੱਕ ਸਿਰਫ ਉਹਨੂੰ ਧਰਮ ਨਾਲ ਜੋੜ ਕੇ ਜਾਂ ਉਹਨੂੰ ਇੱਕ ਜਾਬਾਜੀ ਨਾਲ ਜੋੜ ਕੇ ਇਹ ਤਸਵੀਰ ਪੇਸ਼ ਕਰਨ ਦੀ ਹੀ ਇੱਕ ਮੈਨੂੰ ਲੱਗਦਾ ਇੱਕ ਕੋਸ਼ਿਸ਼ ਹੈ। ਬਟ ਅੱਜ ਆਪਾਂ ਜਿਹੜੀ ਗੱਲਬਾਤ ਕਰਨ ਲੱਗੇ ਉਹਨਾਂ ਦੀ ਵਿਚਾਰਿਕ ਵਿਰਾਸਤ ਦੀ, ਮੈਂ ਲੱਗਦਾ ਹੈ ਕਿ ਉਹ ਸਾਨੂੰ ਜਾਣਨੀ ਸਭ ਤੋਂ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਇੰਡੀਆ ਦੀ ਧਰਤੀ ਤੇ ਜਦੋਂ ਮੈਂ ਇੰਡੀਆ ਦੀ ਗੱਲ ਕਰ ਰਹੀ ਹਾਂ ਤੇ ਉਹਦੇ 'ਚ ਉਹ ਹਿੰਦੁਸਤਾਨ ਹੈ ਜਿਹਦੇ 'ਚ ਇੰਡੀਆ ਵੀ ਸੀ, ਪਾਕਿਸਤਾਨ ਵੀ ਸੀ, ਤੇ ਉਹਦੇ 'ਚ ਇਨਕਲਾਬ ਜਿੰਦਾਬਾਦ ਦਾ ਨਾਰਾ ਜਿਹੜਾ ਬੁਲੰਦ ਕਰਨੇ ਵਾਲੇ ਸੀ, ਜਾਂ ਵਿਗਿਆਨਿਕ ਸਮਾਜਵਾਦ ਦੇ ਜਿਹੜੇ ਮੋਢੀ ਸੀ, ਸਮਾਜਵਾਦੀ ਕ੍ਰਾਂਤੀ ਦਾ ਸਿੰਬਲ ਸੀ, ਤੇ ਉਸ ਕ੍ਰਾਂਤੀ ਦੀ ਗੱਲ ਕਰਨ ਵਾਲੇ, ਜਿੱਥੇ ਨਾ ਕੋਈ ਗਰੀਬੀ ਹੋਏਗੀ, ਬਰਾਬਰੀ ਗੱਲ ਕਰਨ ਵਾਲੇ, ਤੇ ਸਮਾਜਵਾਦੀ ਕ੍ਰਾਂਤੀ ਦਾ ਜਿਹੜਾ ਪ੍ਰੋਗਰਾਮ ਦੇਣ ਵਾਲੇ ਸੀਗੇ। ਤੇ ਪ੍ਰੋਗਰਾਮ ਦੇਣ ਦੇ ਨਾਲ ਉਹ ਦੱਸਦੇ ਨੇ ਕਿ ਕੌਣ ਉਹਨਾਂ ਨੂੰ ਪੂਰਾ ਕਰੇਗਾ ਉਸ ਪ੍ਰੋਗਰਾਮ ਨੂੰ, ਉਹ ਭਗਤ ਸਿੰਘ ਸੀਗੇ। ਉਹ ਦੱਸਦੇ ਨੇ ਸਾਨੂੰ ਕਿ ਕੌਣ ਏਦਾਂ ਦੀ ਕ੍ਰਾਂਤੀ ਲਾਣਗੇ ਤੇ ਕੌਣ ਉਹ ਨੇ ਜਿਹੜੇ ਸਮਾਜਵਾਦੀ ਕ੍ਰਾਂਤੀ ਨੂੰ ਪੂਰਾ ਕਰਨਗੇ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਭਗਤ ਸਿੰਘ ਦਾ ਜਿਹੜਾ ਇੱਕ ਸਿਰਫ ਇਮੋਸ਼ਨਲ ਉਹਦਾ ਪੱਖ ਹੈ, ਉਹਦੀ ਬਜਾਏ ਉਹਦਾ ਜਿਹੜਾ ਵਿਵਹਾਰਿਕ ਪੱਖ ਸੀ, ਉਹਨੇ ਜਿਹੜਾ ਕੀਤਾ, ਉਹਦੀ ਆਪਾਂ ਗੱਲ ਕਰੀਏ। ਤੇ ਮੈਂ ਉਸ ਭਗਤ ਸਿੰਘ ਦੀ ਗੱਲ ਕਰ ਰਹੀ ਹਾਂ ਜਿਹੜਾ ਲਾਸਟ ਟਾਈਮ 'ਚ ਲੈਨਿਨ ਪੜ੍ਹ ਰਿਹਾ ਸੀ, ਜਿਹੜਾ ਜਿਹਨੂੰ ਫਾਂਸੀ ਹੋਣੇ ਵਾਲੀ ਹੈ, ਬਟ ਉਹ ਲੈਨਿਨ ਇਸ ਕਰਕੇ ਪੜ੍ਹ ਰਿਹਾ ਹੈ ਕਿਉਂਕਿ ਉਹਨੂੰ ਮਾਨਵਤਾ ਦੀ ਮੁਕਤੀ ਹੈ ਜਿਹੜੀ, ਉਹਦੀ ਉਹ ਗੱਲ ਕਰਦਾ ਹੈ। ਤੇ ਆਪਾਂ ਦੇਖੀਏ ਕਿ ਇਹਦੇ ਵਾਸਤੇ ਭਗਤ ਸਿੰਘ ਨੂੰ ਜਾਣਨ ਵਾਸਤੇ ਭਗਤ ਸਿੰਘ ਕੀ ਹੈ, ਉਹ ਭਗਤ ਸਿੰਘ ਖੁਦ ਦੱਸਦੇ ਨੇ। ਉਹਨਾਂ ਦੇ ਬਹੁਤ ਸਾਰੇ ਉਹਨਾਂ ਦੇ ਸਾਡੇ ਕੋਲ ਲਿਖਤਾਂ ਨੇ, ਉਹਨਾਂ ਦੀ ਜੇਲ੍ਹ ਡਾਇਰੀ ਹੈ, ਤੇ 4 ਕਿਤਾਬਾਂ ਵੀ ਸਨ ਜਿਹੜੀ ਭਗਤ ਸਿੰਘ ਨੇ ਲਿਖੀਆਂ ਸਨ, ਜੇਲ੍ਹ ਤੋਂ ਬਾਹਰ ਭੇਜੀਆਂ ਸੀ ਪਰ ਉਹ ਮਿਲੀਆਂ ਨਹੀਂ। 4 ਕਿਤਾਬਾਂ ਸੀ, ਉਹਨਾਂ ਦੇ ਨਾਂ ਮੈਂ ਦੱਸਣਾ ਚਾਹਾਂਗੀ। ਆਟੋਬਾਇਓਗ੍ਰਾਫੀ ਇੱਕ ਉਹਨਾਂ ਨੇ ਭੇਜੀ ਸੀ, ਸਮਾਜਵਾਦ ਦਾ ਆਦਰਸ਼ ਕਰਕੇ ਸੀ, ਡੋਰ ਟੂ ਡੈਥ ਸੀਗੀ, ਤੇ ਰੈਵੋਲੂਸ਼ਨਰੀ ਮੂਵਮੈਂਟ ਆਫ ਇੰਡੀਆ ਐਂਡ ਸ਼ੋਰਟ ਬਾਇਓਗ੍ਰਾਫਿਕ ਸਕੈਚੇਸ ਆਫ ਦ ਰੈਵੋਲੂਸ਼ਨਰੀਜ਼। ਤੇ ਇਹ ਉਹ ਭਗਤ ਸਿੰਘ ਸੀ ਜਿਹੜੇ ਜਿਨ੍ਹਾਂ ਦੇ ਸਾਥੀ ਨੇ ਸ਼ਿਵ ਵਰਮਾ, ਉਹਨਾਂ ਨੇ ਲਿਖਿਆ ਉਹਨਾਂ ਬਾਰੇ ਕਿ ਭਗਤ ਸਿੰਘ ਏਦਾਂ ਦਾ ਬੰਦਾ ਸੀ। ਲਾਲਾ ਲਾਜਪਤ ਰਾਏ ਜੀ ਜਿਹੜੀ ਦਵਾਰਿਕਾ ਦਾਸ ਲਾਇਬ੍ਰੇਰੀ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਰਾਜਾ ਰਾਮ ਸ਼ਾਸਤਰੀ, ਉਹ ਦੱਸਦੇ ਨੇ ਕਿ ਉਹ ਕਿਤਾਬਾਂ ਨੂੰ ਪੜ੍ਹਦਾ ਨਹੀਂ ਸੀ, ਉਹ ਨਿਗਲਦਾ ਸੀ, ਤੇ ਨਿਗਲਦੇ ਸੀ, ਨੋਟਸ ਲੈਂਦੇ ਸੀ, ਆਪਣੇ ਸਾਥੀਆਂ ਨਾਲ ਬਹਿਸ ਕਰਦੇ ਸੀ, ਤੇ ਉਹਦੇ ਬਾਰੇ ਚਰਚਾ ਕਰਦੇ ਸੀ, ਫਿਰ ਉਹ ਆਪਣੇ ਉਹਨੂੰ ਲਾਗੂ ਕਰਦੇ ਸੀ ਜਿਹੜਾ ਉਹ ਪੜ੍ਹ ਰਹੇ ਸੀ। ਆਪਾਂ ਦੇਖੀਏ ਕਿ ਪ੍ਰਤਾਪ ਹੋਏ, ਕੀਰਤੀ ਹੋਏ, ਮਹਾਰਥੀ ਅਰਜੁਨ ਜਾਂ ਚਾਂਦ, ਸਾਰਿਆਂ 'ਚ ਭਗਤ ਸਿੰਘ ਨੇ ਆਪਣੇ ਲਿਖਤਾਂ ਲਿਖੀਆਂ ਨੇ, ਤੇ ਉਹਨਾਂ ਲਿਖਤਾਂ ਤੋਂ ਹੀ ਅੱਜ ਆਪਾਂ ਭਗਤ ਸਿੰਘ ਨੂੰ ਸਮਝ ਰਹੇ ਹਾਂ। ਤੇ ਇਹ ਸਾਰੀ ਕੀ ਸਾਰੀ ਇੱਕ ਥੋੜਾ ਜਿਹਾ ਮਤਲਬ ਇਹ ਆਈਡੀਆ ਵੀ ਲਾਇਆ ਜਾਂਦਾ ਹੈ ਕਿ ਭਗਤ ਸਿੰਘ ਨੇ ਆਪਣੀ ਸਾਰੀ ਉਮਰ 'ਚ ਜਿੰਨੀ ਕਿਤਾਬਾਂ ਪੜ੍ਹੀਆਂ ਨੇ, ਉਹ ਟੋਟਲ ਮਤਲਬ 550 600 ਦੇ ਆਸ-ਪਾਸ ਉਹ ਕਿਤਾਬਾਂ ਨੇ। ਉਹ ਸਿਰਫ ਪੜ੍ਹੀਆਂ ਨਹੀਂ, ਉਹਨਾਂ ਨੂੰ ਅਸੀਂ ਦੇਖੀਏ ਕਿ ਉਹ ਪੂਰੇ ਉਹਨਾਂ ਨੂੰ ਐਨਾਲਿਸਿਸ ਕਰ ਰਹੇ ਨੇ। ਜਿਹੜੀ ਜੇਲ੍ਹ ਡਾਇਰੀ ਹੈ ਉਹਦੇ 'ਚ ਆਪਾਂ ਦੇਖੀਏ ਤੇ ਉਹ ਵੱਡੇ ਜਿਹੜੇ ਮਾਰਕਸ ਨੇ, ਐਂਗਲਸ ਨੇ, ਜਾਂ ਐਪਟਨ ਸਿੰਕਲੇਅਰ ਨੂੰ ਪੜ੍ਹ ਰਹੇ ਨੇ, ਜਾਰਜ ਬਰਨਾਰਡ ਸ਼ਾਹ ਨੂੰ ਪੜ੍ਹ ਰਹੇ ਨੇ, ਭਗਤ ਸਿੰਘ ਬਾਕੂਨਿਨ ਨੂੰ ਪੜ੍ਹ ਰਿਹਾ, ਤੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜੀ ਉਹਨਾਂ ਦੇ ਵਿਚਾਰ ਨੇ ਉਹ ਪੂਰੇ ਅੰਤਰਰਾਸ਼ਟਰੀ ਅੰਦੋਲਨ ਤੇ ਜਿਵੇਂ ਆਪਣੀ ਗੱਲ ਰੱਖਦੇ ਨੇ। ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦਾ ਅਧਿਐਨ ਸੀ ਜਿਹੜਾ ਉਹ ਕਿੰਨਾ ਬਰੋਡ ਸੀ, ਕਿਵੇਂ ਉਹ ਬਰੋਡਨੈਸ 'ਚ ਆਪਣੀ ਗੱਲ ਰੱਖੀ ਸੀ ਉਹਨਾਂ ਨੇ। ਤੇ ਜਿਹੜੇ ਭਗਤ ਸਿੰਘ ਦਾ ਪ੍ਰੋਗਰਾਮ ਆਪਾਂ ਗੱਲ ਕਰੀਏ, ਉਹਨਾਂ ਦੇ ਇਨਕਲਾਬ ਦੀ ਜੇ ਗੱਲ ਕਰੀਏ ਕਿ ਭਗਤ ਸਿੰਘ ਦਾ ਆਜ਼ਾਦੀ ਦਾ ਮਤਲਬ ਹੀ ਕੀ ਸੀ, ਸਭ ਤੋਂ ਪਹਿਲਾਂ ਤਾਂ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੇ ਅੱਜ ਭਗਤ ਸਿੰਘ ਹੁੰਦਾ ਤੇ ਉਹ ਬੜਾ ਨਿਰਾਸ਼ ਹੋਣਾ ਸੀ ਉਹਨੇ, ਕਿ ਜਿਹੜੀ ਆਜ਼ਾਦੀ ਵਾਸਤੇ ਉਹ ਲੜਿਆ ਸੀ ਉਹਦਾ ਕੀ ਬਣ ਗਿਆ। ਤੇ ਗੱਲ ਇਹ ਹੈ ਕਿ ਇਹ ਉਹੀ ਆਜ਼ਾਦੀ ਹੈ ਜਿਹੜੀ ਭਗਤ ਸਿੰਘ ਨੇ ਸੋਚੀ ਸੀ। ਭਗਤ ਸਿੰਘ ਤੇ ਇਹ ਕਹਿੰਦੇ ਸੀ ਕਿ ਇਨਕਲਾਬ ਦਾ ਨਾਰਾ
ਸਾਡੇ ਇੱਕ ਕੰਧੇ ਤੇ ਆਇਆ ਕਿ ਅਸੀਂ ਇਸ ਇਨਕਲਾਬ ਦੇ ਨਾਰੇ ਨੂੰ ਸਾਰੇ ਇੰਡੀਆ 'ਚ ਲੈ ਕੇ ਗਏ ਨੇ, ਸਾਰੇ 'ਚ ਅਸੀਂ ਫੈਲਾਉਣ ਦਾ ਕੰਮ, ਇਸ ਨਾਰੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਸਾਡੇ ਹਿੱਸੇ ਆਇਆ ਹੈ। ਤੇ ਇਹ ਨਾਰਾ ਜਿਹੜਾ ਇਨਕਲਾਬ ਜਿੰਦਾਬਾਦ ਦਾ ਰਚਨਾ ਅਸੀਂ ਨਹੀਂ ਕੀਤੀ, ਉਹ ਕਹਿ ਰਹੇ ਨੇ ਇਹ ਨਾਰਾ ਤੇ ਅਸੀਂ ਰੂਸ ਦੇ ਕ੍ਰਾਂਤੀਕਾਰੀ ਅੰਦੋਲਨ ਜਿਹੜਾ ਹੋਇਆ ਸੀ ਉੱਥੇ ਵੀ ਪ੍ਰਯੋਗ ਹੁੰਦਾ ਸੀ। ਤੇ ਉਸ ਇਨਕਲਾਬ ਦੇ ਮਤਲਬ ਬਾਰੇ ਜੇ ਆਪਾਂ ਉਹਨਾਂ ਦੀ ਲਿਖਤਾਂ 'ਚ ਦੇਖਦੇ ਹਾਂ ਕਿ ਭਗਤ ਸਿੰਘ ਦਾ ਇਨਕਲਾਬ ਕੀ ਸੀ, ਉਹਨਾਂ ਦਾ ਕ੍ਰਾਂਤੀ ਦਾ ਪ੍ਰੋਗਰਾਮ ਕੀ ਸੀ, ਕ੍ਰਾਂਤੀ ਕੀ ਸੀ, ਤੇ ਮੈਂ ਚਾਹਾਂਗੀ ਕਿ ਆਪਾਂ ਨੂੰ ਚਾਹੀਦਾ ਕਿ ਉਹਨਾਂ ਦੀ ਲਿਖਤਾਂ 'ਚ ਆਪਾਂ ਦੇਖੀਏ। ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਸ਼ੁਰੂ ਤੋਂ ਹੀ ਦੇਖੀਏ ਜੇ ਆਪਾਂ, ਨੌਜਵਾਨ ਭਾਰਤ ਸਭਾ ਉਹਨਾਂ ਨੇ ਬਣਾਈ 1926 ਚ, ਉਹਦਾ ਗਠਨ ਸ਼ੁਰੂ ਕੀਤਾ, ਪੰਜਾਬ 'ਚ ਇਕਾਈਆਂ ਬਣਾਈਆਂ ਤੇ ਉਹ 1928 ਚ ਉਹਨਾਂ ਘੋਸ਼ਣਾ ਪੱਤਰ ਆਇਆ, ਜਿਹੜਾ ਮੈਨੀਫੈਸਟੋ ਆਇਆ, ਉਹਦੇ 'ਚ ਉਹ ਪੂਰਾ ਦਾ ਪੂਰਾ ਸੋਸ਼ਲਿਸਟ ਡੈਮੋਕ੍ਰੇਸੀ ਦਾ ਉਹ ਆਪਣਾ ਰੱਖਦੇ ਨੇ। ਉਹਦੇ 'ਚ ਕਹਿੰਦੇ ਨੇ ਕਿ ਅਸੀਂ ਏਦਾਂ ਦੀ ਆਜ਼ਾਦੀ ਚਾਹੁੰਦੇ ਹਾਂ ਜਿੱਥੇ ਬੰਦਾ ਇੱਕ ਐਕਸਪਲੋਇਟੇਸ਼ਨ ਆਫ ਮੈਨ ਬਾਈ ਮੈਨ ਨਾ ਹੋਏ, ਇੱਕ ਐਕਸਪਲੋਇਟੇਸ਼ਨ ਆਫ ਨੇਸ਼ਨ ਬਾਈ ਨੇਸ਼ਨ ਨਾ ਹੋਏ, ਏਦਾਂ ਦੇ ਉਹ ਗੱਲ ਕਰਦੇ ਨੇ। ਉਹ ਇਹ ਕਹਿੰਦੇ ਨੇ ਕਿ ਏਦਾਂ ਦੀ ਕ੍ਰਾਂਤੀ ਜਿਹੜੀ ਜਨਤਾ ਦੁਆਰਾ ਤੇ ਜਨਤਾ ਦੇ ਹਿੱਤ 'ਚ ਬਣੇ। ਤੇ ਉਹ ਇਹ ਵੀ ਕਹਿੰਦੇ ਨੇ ਕਿ ਇਸ ਟਾਈਮ ਅਸੀਂ ਰੂਸ 'ਚ ਪੂਰੇ ਕੇ ਪੂਰੇ ਵਰਲਡ ਦੇ ਮੁਕਤੀ ਦਾਤਾ ਦੇ ਹੀ ਦਰਸ਼ਨ ਕਰ ਰਹੇ ਹਾਂ। ਕਹਿਣ ਦਾ ਮਤਲਬ ਉਹ ਆਪਣੀ ਜਿਹੜੀ ਕ੍ਰਾਂਤੀ ਦੀ ਜਿਹੜੀ ਉਹਨਾਂ ਦੀ ਧਾਰਨਾ ਸੀ ਉਹ ਰੂਸੀ ਕ੍ਰਾਂਤੀ ਤੋਂ ਉਹ ਲੈ ਰਹੇ ਸੀ। ਉਸੇ ਜੇ ਆਪਾਂ ਦੇਖੀਏ ਕਿ HSRA ਬਣਾਈ ਗਈ, ਪਹਿਲਾਂ HSRA 'ਚ ਕੰਮ ਕਰਦੇ ਸੀ ਭਗਤ ਸਿੰਘ, ਤੇ HSRA ਸੋਸ਼ਲਿਸਟ ਉਹਦੇ 'ਚ ਨਾ 'ਚ ਜੁੜਨਾ ਆਪਣੇ ਆਪ 'ਚ ਦਿਖਾਉਂਦਾ ਹੈ ਕਿ ਸੋਸ਼ਲਿਸਟ ਵਰਡ ਉਹ ਜਿਹੜਾ ਜੋੜਦੇ ਨੇ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ 8-9 ਸਤੰਬਰ 1928 ਚ ਜਿਹੜਾ ਉਹਨਾਂ ਨੇ ਗਠਨ ਕੀਤਾ, ਉਹਦੇ ਉਹ ਪੂਰਾ ਹੋਰ ਸਪਸ਼ਟ ਕਰ ਦਿੰਦੇ ਨੇ ਕਿ ਅਸੀਂ ਸਾਡਾ ਜਿਹੜਾ ਮਕਸਦ ਹੈ ਉਹ ਸਿਰਫ ਇਹ ਨਹੀਂ ਹੈ ਕਿ ਇੱਥੇ ਅੰਗਰੇਜ਼ ਅਸੀਂ ਇੱਥੋਂ ਖਦੇੜਨੇ ਨੇ, ਬਲਕਿ ਸਾਡਾ ਮਤਲਬ ਹੈ ਕਿ ਉਹ ਏਦਾਂ ਦੀ ਕ੍ਰਾਂਤੀ ਹੋਏ ਜਿਹੜੀ ਲੋਕ ਕਰਨ ਤੇ ਲੋਕਾਂ ਵਾਸਤੇ ਉਹ ਹੋਣ ਤੇ ਲੋਕਾਂ ਦਾ ਰਾਜ ਬਣੇ, ਮਜ਼ਦੂਰਾਂ ਦਾ, ਕਿਸਾਨਾਂ ਦਾ ਰਾਜ ਆਏ। ਜਿਹੜਾ ਸਭ ਤੋਂ ਕਿੰਨੇ ਕੁ ਲੋਕ ਜਾਣਦੇ ਨੇ, ਬਹੁਤ ਸਾਰੇ, ਇਹ ਬੜੀ ਤਰਾਸਦੀ ਵੀ ਹੈ ਕਿ ਭਗਤ ਸਿੰਘ ਨੇ ਜਿਹੜਾ 2 ਫਰਵਰੀ 1931 ਨੂੰ ਆਪਣਾ ਜੇਲ੍ਹ ਤੋਂ ਇੱਕ ਇਨਕਲਾਬੀ ਕਾਰਜਕ੍ਰਮ ਦਾ ਇੱਕ ਖਰੜਾ ਬਾਹਰ ਭੇਜਿਆ ਸੀ, ਤੇ ਉਹਨਾਂ ਦਾ ਜਿਹੜੇ ਯੁਵਕ ਸੀ ਪੋਲੀਟੀਕਲ ਟੂ ਦ ਯੰਗ ਪੋਲੀਟੀਕਲ ਵਰਕਰਸ, ਆਪਣਾ ਇੱਕ ਸੰਦੇਸ਼ ਉਹਨਾਂ ਨੇ ਭੇਜਿਆ ਸੀ। ਉਹ ਸਭ ਤੋਂ ਵਧੀਆ, ਜੇ ਆਪਾਂ ਭਗਤ ਸਿੰਘ ਨੂੰ ਉਹਨਾਂ ਦੀ ਵਿਚਾਰਿਕ ਪੂਰੀ ਵਿਕਾਸ ਆਪਾਂ ਗੱਲ ਕਰਦੇ ਹਾਂ ਤੇ ਉਹਦੇ 'ਚ ਬਹੁਤ ਸ਼ਾਨਦਾਰ ਤਰੀਕੇ ਨਾਲ ਭਗਤ ਸਿੰਘ ਨੇ ਆਪਣਾ ਸਾਰਾ ਦਾ ਸਾਰਾ ਪੂਰੀ ਯੋਜਨਾ ਪੂਰੀ ਉਹਨਾਂ ਨੇ ਪੂਰਾ ਆਪਣਾ ਕੀਤਾ ਹੈ। ਤੇ ਉਹਦੇ 'ਚ ਉਹ ਕਹਿੰਦੇ ਨੇ ਕਿ ਅਸੀਂ ਇੱਥੇ ਗੋਰੀ ਬੁਰਾਈ ਦੀ ਜਗ੍ਹਾ ਕਾਲੀ ਬੁਰਾਈ ਨਹੀਂ ਚਾਹੁੰਦੇ ਕਿ ਗਾਲੀ ਬੁਰਾ ਜੇ ਫਿਰ ਆਪਾਂ ਉਹਦੇ ਤੋਂ ਕਸ਼ਟ ਉਠਾਈਏ। ਉਹ ਕਹਿੰਦੇ ਨੇ ਕ੍ਰਾਂਤੀ ਤੋਂ ਸਾਡਾ ਸਿਰਫ ਔਰ ਸਿਰਫ ਇੱਕ ਹੀ ਮਤਲਬ ਹੈ, ਉਹ ਕੀ ਹੈ ਕਿ ਇੱਥੇ ਜਨਤਾ ਦਾ ਰਾਜਨੀਤਿਕ ਸ਼ਕਤੀ ਹਾਸਿਲ ਕਰੇ, ਜਨਤਾ ਜਿਹੜੀ ਮਜ਼ਦੂਰ ਤੇ ਕਿਸਾਨ, ਉਹ ਰਾਜਨੀਤਿਕ ਸ਼ਕਤੀ ਹਾਸਿਲ ਕਰੇ। ਤੇ ਉਹ ਕਹਿੰਦੇ ਨੇ ਕਿ ਇੰਡੀਆ ਦਾ ਜੇ ਪ੍ਰਮੁੱਖ ਹੈ ਲਾਰਡ ਰੀਡਿੰਗ ਆ ਜਾਏ, ਉਹਦੀ ਜਗ੍ਹਾ ਤੇ ਜੇ ਸਰ ਪੁਰਸ਼ੋਤਮ ਦਾਸ ਠਾਕੁਰ ਆ ਜਾਏ ਜਾਂ ਲਾਰਡ ਇਰਵਨ ਦੀ ਜਗ੍ਹਾ ਸਪਰੂ ਆ ਜਾਏ, ਤੇ ਇੱਥੇ ਦੀ ਜਨਤਾ ਨੂੰ ਕੋਈ ਫਰਕ ਨਹੀਂ ਪੜਨ ਵਾਲਾ। ਉਹ ਸਿੱਧਾ ਸਿੱਧੀ ਕਹਿੰਦੇ ਨੇ ਸਾਡਾ ਆਦਰਸ਼ ਹੈ ਨਵੇਂ ਢੰਗ ਦੀ ਸਮਾਜਿਕ ਸੰਰਚਨਾ, ਯਾਨੀ ਮਾਰਕਸਵਾਦੀ ਢੰਗ ਦੀ। ਯਾਨੀ ਉਹ ਇਹ ਕਹਿ ਰਹੇ ਨੇ ਅਸੀਂ ਇਦਾਂ ਦਾ ਸੋਸ਼ਲ ਸਿਸਟਮ ਬਣਾਉਣਾ ਚਾਹੁੰਦੇ ਹਾਂ ਮਾਰਕਸਿਸਟ ਢੰਗ ਦਾ ਹੋਏ। ਤੇ ਉਹ ਇਨਕਲਾਬ ਦਾ ਮਤਲਬ ਸਿੱਧਾ ਸਿੱਧੀ ਇਹ ਕਹਿੰਦੇ ਨੇ ਕਿ ਮੇਰੇ ਇਨਕਲਾਬ ਦਾ ਮਤਲਬ ਹੈ ਮੌਜੂਦਾ ਜਿਹੜਾ ਢਾਂਚਾ ਜਿਹੜਾ ਅਨਿਆਏ ਤੇ ਆਧਾਰਿਤ ਹੈ ਉਹਦਾ ਪੂਰਨ ਪਰਿਵਰਤਨ ਕੀਤਾ ਜਾਏ। ਅਸੀਂ ਸਥਾਪਨਾ ਚਾਹੁੰਦੇ ਹਾਂ, ਅਸੀਂ ਸਮਾਜਵਾਦੀ ਕ੍ਰਾਂਤੀ ਚਾਹੁੰਦੇ ਹਾਂ। ਇਹ ਸਾਰਾ ਦਾ ਸਾਰਾ 2 ਫਰਵਰੀ 1931 ਤੋਂ ਮੈਂ ਪੜ੍ਹ ਰਹੀ ਹਾਂ ਤੇ ਇਸੇ ਤਰ੍ਹਾਂ ਦਾ ਉਹਨਾਂ ਦਾ ਸਾਰਾ ਦਾ ਸਾਰਾ ਜਿਹੜਾ ਇਨਕਲਾਬ ਦਾ ਉਹਨਾਂ ਦਾ ਜਿਹੜਾ ਮਤਲਬ ਹੈ ਉਹ ਸਾਰੇ ਲੇਖਾਂ 'ਚ ਅਸੀਂ ਦੇਖ ਸਕਦੇ ਹਾਂ। ਜੇ ਆਪਾਂ ਡ੍ਰੀਮਲੈਂਡ ਦੀ ਭੂਮਿਕਾ ਪੜ੍ਹੀਏ ਜਾਂ ਫਿਰ ਆਪਾਂ ਮੈਨੀਫੈਸਟੋ ਪੜ੍ਹੀਏ, ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ ਪੜ੍ਹੀਏ 2 ਫਰਵਰੀ 1931 ਦਾ, ਤੇ ਲੇਖ ਬਹੁਤ ਇੰਪੋਰਟੈਂਟ ਲੇਖ ਹੈ ਜਿਹੜਾ ਉਹਨਾਂ ਨੇ ਸਾਰਾ ਦਾ ਸਾਰਾ ਖਰੜਾ ਪੇਸ਼ ਕੀਤਾ ਹੈ ਨੌਜਵਾਨਾਂ ਅੱਗੇ। ਤੇ ਇਹ ਸਾਰਾ ਦਾ ਸਾਰਾ ਭਗਤ ਸਿੰਘ ਕਹਿੰਦੇ ਨੇ ਮੈਂ ਕਿੱਦਾਂ ਦੀ ਕ੍ਰਾਂਤੀ ਚਾਹੁੰਦਾ ਹੈ। ਇਹ ਆਜ਼ਾਦੀ ਜਿਹੜਾ ਕਹਿੰਦੇ ਨੇ ਕਿ ਉਹ ਆਜ਼ਾਦੀ ਤੇ ਦੁਖੀ ਹੋਣਾ ਉਹਨਾਂ ਨੇ, ਉਹ ਆਜ਼ਾਦੀ ਤੇ ਆਈ ਨਹੀਂ। ਗੱਲ ਤੇ ਇਹੀ ਹੈ ਕਿ ਉਹ ਆਜ਼ਾਦੀ ਵਾਸਤੇ ਉਹਨਾਂ ਨੇ ਸੰਘਰਸ਼ ਕੀਤਾ ਸੀ, ਉਹ ਅਜੇ ਅਧੂਰਾ ਹੈ। ਉਸ ਅਧੂਰੇ ਮਿਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ। ਤੇ ਇੱਕ ਹੋਰ ਉਹ ਭਗਤ ਸਿੰਘ ਨੇ
मैं ये कहना चाहांगी कि इंडिया की धरती ते इंकलाब जिंदाबाद का नारा सब तो पहला भगत सिंह ते उन्हें साथियां ने सारे ਉਹਦੇ ਤੇ बुलंद किया है। समाजवादी क्रांति का भी उन्होंने बुलंद किया, समाजवादी समाज का जो स्थापना की हैगी गल, ये मैं नहीं कह रही भगत सिंह खुद लिख के गए ने। आप देखिए जे सब इत्थे आया भगत सिंह का नारे दी इंकलाब जिंदाबादी, वो आंदी है जो सांडर्स नू मार के जो लाहौर की दीवारां ते जिहड़ा पोस्टर लाया जाता है 18 दिसंबर 1928 नू, वो पोस्टर सब तो पहला आप इंकलाब जिंदाबाद का नारा सुनते हैं। उस तो बाद आप जिहड़ा 23 तरीक नू लगदा ਉਹਦੇ 'ਚ इंकलाब जिंदाबाद का नारा आंदा है, ते उस तो बाद 8 अप्रैल 1929 नू जदों भगत सिंह ते बम फेंकते ने केंद्रीय असैंबली च, जिहड़ा पब्लिक सेफ्टी बिल ते इंडस्ट्रीयल डिस्प्यूट बिल उन्हां दे खिलाफ वो बम फेंकते ने, ते उत्थे वो जिहड़े पर्चे सुट्टे जांदे ने ਉਹਦੇ 'ਚ ਉਹ इंकलाब जिंदाबाद ते साम्राज्यवाद मुर्दाबाद का नारा वो बुलंद करते हैं। ते इस नू बुलंद करन दे थां ਉਹ ਇਹ ਵੀ ਕਹਿੰਦੇ ਨੇ कि एक ਜਿਹੜੇ मैं कह रही हाँ कि समाजवाद या साम्यवाद के विचार भगत सिंह ने लेके आए, ये भगत सिंह खुद कह रहे हैं, वो एवं नहीं कह सकते। जब आप सुसाइड सोचने लगे कि समाजवाद के विचारों का जन्म असी नहीं किया इत्थे इस देश च, बट ये सारे के सारे ये समय ते परिस्थितियां का परिणाम है। बट इस विचारां नू इस धरती ते फैलाण दा तुच्छ ते सधारण जा काम वो साडे हिस्से आया है। ते इसे करके इस भगत सिंह का मैं ये कहना चाह रही हाँ कि इंकलाब का नारा होए जां समाजवादी क्रांति का जिहड़ा भगत सिंह ने, ते आपां जे देखिए कि भगत सिंह सारे के सारे अंदोलन जिहड़ा चल रहा सी इंडिया च, स्वतंत्रता का पूरा आज़ादी का जिहड़ा अंदोलन चला ਉਹਦੇ च पूरे किस तरह नू वो रिप्रजेंट कर रहे सी, ये देखण दी लोड़ है। भगत सिंह जिहड़े अंदोलन टोटल चला ਉਹਦਾ पूरा एनालिसिस करते हैं, आलोचनात्मक ਉਹਦੀ समीक्षा करते हैं, वो पूरे क्लीयर ने कि कांग्रेस का की चरित्र है, कांग्रेस किद्दां दी आज़ादी की गल करती है, ते वो सारे के सारे ते कांग्रेस ने जिहड़ा अंदोलन छेड़ा होया है ਉਹਦਾ रिजल्ट की बनेगा वो ਇਹਦੇ बारे भी बड़े क्लीयर सी। वो कहते हैं कि जिहड़ा ये अंदोलन चला होया 2 फरवरी 1931 च, वो नौजवानों नू चेता रहे सी कि जिहड़ा ये अंदोलन कांग्रेस के नेतृत्व च चला होया वो समझौतावादी नेचर का है, किसी ना किसी समझौते च बदलेगा जब वड्डी कोई असफलता च एदा रिजल्ट निकलना है। ते वो ये कह रहे सी कि वो बड़ा मनहूस दिन होएगा जे आपां नू किसी दिन आपां उठिए ते वो आज़ादी मिले ते वो बड़ी मनहूस आज़ादी होएगी। ते इस करके मतलब कहण दा कि जिहड़ा पूरा का पूरा वो एनालिसिस कर रहे सी कि कांग्रेस के नेतृत्व च जिहड़ा समझौतावादी एक आंदोलन चला हुआ है, ओदी परिणति ओदी रिजल्ट है जिहड़ा वो किसी ना किसी समझौते च ही आना सी, क्योंकि सारी सी ते ओदे पीछे जिहड़े भी लगे हुए सी वो ते किसी ना किसी समझौते राही अपनी आज़ादी चाहते सी। लेकिन भगत सिंह की चाहते सी, भगत सिंह ने ड्रीमलैंड की भूमिका, ड्रीमलैंड तुसी जानते हो कि लाला राम सरन दास सी जिहड़े वो भी जेल च सीगे उसे टाइम, वो भगत सिंह दे चाचा अजीत सिंह नाल वो बड़े क्रांतिकारी रहे हुए सी उसे जेल च। उन्होंने ड्रीमलैंड एक कविता दी बुक लिखी सी ते भगत सिंह कोल आए सी कि इहदी भूमिका तुसी लिखो, ते भगत सिंह ने बड़े संकोच नाल ये भूमिका लिखी सी, पर उस भूमिका नू जे असीं पढ़ीए ते वो पूरी लिटरेरी कहो जां पूरा का पूरा एनालिटिक जिहड़ा ओहदी भगत सिंह दी बुद्धि है उन्होंने बहुत वधिया तरीके नाल वो साडे अगे रखदी है। ड्रीमलैंड की भूमिका च भगत सिंह पूरे सीधे तरीके नाल कहंदे ने कि जे मैं पूरे के पूरे मैनू गदर पार्टी नू छड्ड के कोई पार्टी मैं पूरी कोशिश की किहड़ी पार्टी है जिहड़ी कुछ वो कहंदे ने गदर पार्टी नू छड्ड के मैनू कोई ऐदां दी कोई पार्टी नहीं मिली जिन्हों ये भी पता होए कि वो किस गल वास्ते लड़ रही है।
ਗਦਰ ਪਾਰਟੀ ਆਪਾਂ ਜਾਣਦੇ ਆ ਕਿ ਉਹ ਕਹਿ ਰਹੇ ਨੇ ਗਦਰ ਪਾਰਟੀ ਜਿਹੜੀ ਅਮਰੀਕੀ ਢੰਗ ਦਾ ਪ੍ਰਜਾਤੰਤਰ ਇੱਥੇ ਚੱਲ ਰਹੀ ਹੈ ਉਸ ਨੂੰ ਛੱਡ ਕੇ ਕੋਈ ਵੀ ਪਾਰਟੀ ਇਦਾਂ ਦੀ ਨਹੀਂ ਜਿਹੜੀ ਜਿਹਨੂੰ ਇਹ ਪਤਾ ਹੋਵੇ ਉਹ ਲੜ ਕਿਸ ਵਾਸਤੇ ਰਹੀ ਹੈ। ਯਾਨੀ ਕਿ ਡ੍ਰੀਮਲੈਂਡ ਦੀ ਭੂਮਿਕਾ 1930 ਚ ਲਿਖ ਰਹੇ ਨੇ। ਉਸ ਟਾਈਮ ਇੰਡੀਆ 'ਚ ਪਹਿਲਾਂ ਆਪਾਂ ਜਾਣਦੇ ਆ ਕਿ ਕਮਿਊਨਿਸਟ ਪਾਰਟੀ ਵੀ ਉੱਥੇ ਹੈਗੀ ਹੈ ਤੇ ਹੋਰ ਪਾਰਟੀਆਂ ਵੀ ਨੇ ਤੇ ਲੇਕਿਨ ਭਗਤ ਸਿੰਘ ਨਾਲ ਦੀ ਨਾਲ ਆਪਾਂ ਨੂੰ ਇਹਨੂੰ ਜੋੜ ਕੇ ਜੇ ਦੇਖੀਏ 2 ਫਰਵਰੀ 1931 ਦੇ ਲੇਖ 'ਚ ਭਗਤ ਸਿੰਘ ਇਹ ਵੀ ਕਹਿੰਦੇ ਨੇ ਕਿ ਜਿਹੜੇ ਕ੍ਰਾਂਤੀਕਾਰੀ ਨੌਜਵਾਨ ਨੇ ਉਹਨਾਂ ਨੂੰ ਇਹ ਸਮਝੌਤਾਵਾਦੀ ਜਿਹੜੀ ਅੰਦੋਲਨ ਚਲਾ ਹੋਇਆ ਇਸ ਤੋਂ ਵੱਖ ਉਹਨਾਂ ਨੂੰ ਆਪਣਾ ਅੰਦੋਲਨ ਚਲਾਉਣਾ ਪੜੇਗਾ ਤੇ ਉਹ ਅੰਦੋਲਨ ਇੱਕ ਮਜ਼ਬੂਤ ਪਾਰਟੀ ਬਣਾ ਕੇ ਉਹਨਾਂ ਨੂੰ ਆਪਣਾ ਅੰਦੋਲਨ ਅੱਗੇ ਵਧਾਉਣਾ ਹੈ ਤੇ ਉਹ ਪਾਰਟੀ ਨਵੀਂ ਪਾਰਟੀ ਬਣਾਉਣ ਵਾਸਤੇ ਨੌਜਵਾਨਾਂ ਨੂੰ ਅੱਗੇ ਆਉਣਾ ਪਏਗਾ ਤੇ ਉਹ ਪਾਰਟੀ ਦਾ ਨਾਂ ਕਮਿਊਨਿਸਟ ਪਾਰਟੀ ਰੱਖਣ। ਪਾਰਟੀ ਦਾ ਨਾਂ ਉਹ ਕਹਿੰਦੇ ਨੇ ਕਿ ਇਹਨੂੰ ਚਲਾਉਣ ਵਾਲੇ ਨੇ ਜਿਹੜੇ ਉਹ ਬੋਲਸ਼ੇਵਿਕ ਢੰਗ ਦੀ ਅਸੀਂ ਪਾਰਟੀ ਬਣਾਣੀ ਹੈ ਤੇ ਇਦਾਂ ਦੇ ਪੇਸ਼ੇਵਰ ਕ੍ਰਾਂਤੀਕਾਰੀ ਜਿਹੜਾ ਲੈਨਿਨ ਦਾ ਪ੍ਰਿय ਸ਼ਬਦ ਹੈ ਪ੍ਰਿय ਅੱਖਰ ਹੈ ਉਹਦੀ ਆਪਾਂ ਗੱਲ ਕਰ ਰਹੇ ਹਾਂ ਪੇਸ਼ੇਵਰ ਕ੍ਰਾਂਤੀਕਾਰੀ ਦੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਕਮਿਊਨਿਸਟ ਪਾਰਟੀ ਹੋਣ ਦੇ ਬਾਵਜੂਦ ਵੀ ਭਗਤ ਸਿੰਘ ਇਹ ਕਹਿ ਰਹੇ ਨੇ ਕਿ ਸਾਨੂੰ ਨਵੀਂ ਪਾਰਟੀ ਬਣਾਉਣੀ ਪਏਗੀ ਤੇ ਉਹ ਪਾਰਟੀ ਜਿਹਦਾ ਨਾਂ ਕਮਿਊਨਿਸਟ ਪਾਰਟੀ ਹੋਏਗਾ। ਇਹ ਉਹ ਸਪਸ਼ਟ ਇਹ ਵੀ ਕਰਦੇ ਨੇ ਕਿ ਆਪਾਂ ਕਿੱਦਾਂ ਦੀ ਕ੍ਰਾਂਤੀ ਕਈ ਲੋਕ ਇਹ ਕਹਿੰਦੇ ਨੇ ਕਿ ਭਗਤ ਸਿੰਘ ਸੀ ਜਿਹੜੇ ਉਹ ਤੇ ਫਰਾਂਸੀਸੀ ਕ੍ਰਾਂਤੀ ਚਾਹੁੰਦੇ ਸੀ ਫਰਾਂਸੀਸੀ ਟਾਈਪ ਦੀ ਕ੍ਰਾਂਤੀ ਸੀ ਲੇਕਿਨ ਆਪਾਂ ਜੇ ਲਾਲਾ ਲਾਜਪਤ ਰਾਏ ਦੇ ਨਾਂ ਉਹਨਾਂ ਨੇ ਲੇਖ ਲਿਖੇ ਨੇ ਲਾਲਾ ਲਾਜਪਤ ਰਾਏ ਤੇ ਨੌਜਵਾਨ ਤੇ ਉਹਦੇ 'ਚ ਉਹ ਸਪਸ਼ਟ ਕਰਦੇ ਨੇ ਕਿ ਆਪਾਂ ਪਹਿਲਾਂ ਫਰਾਂਸੀਸੀ ਟਾਈਪ ਦੀ ਕ੍ਰਾਂਤੀ ਕਰੀਏ ਤੇ ਫਿਰ ਮਜ਼ਦੂਰ ਤੇ ਕਿਸਾਨਾਂ ਦੇ ਜਿਹੜੇ ਹੱਕ ਵਾਸਤੇ ਉਹਨਾਂ ਦੀ ਕ੍ਰਾਂਤੀ ਹੈ ਉਹ ਕਰੀਏ। ਇਹ ਆਪਾਂ ਦੁੱਖ ਕਿਉਂ ਚੱਲੀਏ ਤੇ ਇਦਾਂ ਦੀ ਉਹਦਾ ਕੋਈ ਫਾਇਦਾ ਨਹੀਂ ਇਹ ਕੂਏ 'ਚ ਡਿੱਗਣ ਵਾਲਾ ਕੰਮ ਹੈ ਤੇ ਇਸ ਕਰਕੇ ਉਹਨਾਂ ਪ੍ਰੋਗਰਾਮ ਸੀ ਜਿਹੜਾ ਉਹ ਸਮਾਜਵਾਦੀ ਕ੍ਰਾਂਤੀ ਦਾ ਪ੍ਰੋਗਰਾਮ ਸੀ। ਤੇ ਇੱਕ ਹੋਰ ਜਿਹੜਾ ਇਹ ਕਈ ਕਿਹਾ ਜਾਂਦਾ ਹੈ ਭਗਤ ਸਿੰਘ ਬਾਰੇ ਬਹੁਤ ਸਾਰੇ ਡਿਫਰੈਂਟ ਉਹਨਾਂ ਦੇ ਬਾਰੇ ਉਹ ਨੇ ਕਿ ਉਹ ਇਹ ਸੀ ਉਹ ਸੀ। ਮੈਂ ਇਸ ਕਰਕੇ ਸਾਰਿਆਂ ਨੂੰ ਮੈਂ ਚਾਹਾਂਗੀ ਕਿ ਡਿਸਕਸ ਕਰ ਸਕਾਂ ਕਿ ਕਈ ਲੋਕ ਇਹ ਕਹਿੰਦੇ ਨੇ ਕਿ ਭਗਤ ਸਿੰਘ ਸੀ ਜਿਹੜਾ ਉਹ ਤੇ ਬੜਾ ਦੁঃਸਾਹਸਵਾਦੀ ਸੀ ਤੇ ਸਾਰਾ ਆਤੰਕਵਾਦੀ ਸੀ। ਉਹ ਸਾਰੇ ਕਹਿੰਦੇ ਨੇ ਕਿ ਆਤੰਕਵਾਦੀ ਉਹ ਅਧਿਕਾਰੀ ਆਤੰਕਵਾਦੀ ਸੀ ਤੇ ਇਹਦੇ ਬਾਰੇ ਆਪਾਂ ਨੂੰ ਭਗਤ ਸਿੰਘ ਤੇ ਹੀ ਜਾਣਾ ਪੈਣਾ ਕਿ ਭਗਤ ਸਿੰਘ ਕੀ ਕਹਿੰਦਾ ਹੈ ਸਾਰੇ ਆਤੰਕਵਾਦੀ। ਜੇ ਆਪਾਂ ਟਰਮ ਦੀ ਗੱਲ ਕਰੀਏ ਆਤੰਕਵਾਦੀ ਦਾ ਮਤਲਬ ਜਿਹੜੇ ਫਿਲੋਸਫਿਕਲੀ ਜਾਂ ਆਪਾਂ ਦੇਖਦੇ ਆ ਕਿ ਆਤੰਕਵਾਦੀ ਕੌਣ ਹੁੰਦੇ ਨੇ ਜਾਂ ਆਤੰਕਵਾਦੀ ਤੇ ਇਹ ਨੇ ਜਿਹੜਾ ਆਤੰਕ ਮਚਾ ਕੇ ਆਪਣਾ ਕੰਮ ਕਰਨਾ ਚਾਹੁੰਦੇ ਨੇ। ਆਤੰਕਵਾਦੀ ਦੀ ਮਤਲਬ ਇੱਕ ਹੈਗੀ ਹੈ ਕਿ ਇਹ ਗਰੁੱਪ ਜਿਹੜਾ ਬਿਨਾਂ ਕਿਸੇ ਜਨਤਾ ਤੋਂ ਬਿਨਾਂ ਉਹ ਇਹ ਸੋਚਦਾ ਹੈ ਕਿ ਅਸੀਂ ਇਕੱਠੇ ਹੋ ਕੇ ਆਪਾਂ ਕ੍ਰਾਂਤੀ ਕਰ ਦਾਂਗੇ। 8 ਲੋਕਾਂ ਦਾ 10 ਲੋਕਾਂ ਦਾ ਗਰੁੱਪ ਉਹ ਇਹ ਸੋਚੇ ਕਿ ਅਸੀਂ ਕੋਈ ਠੂਠਾ ਕਰਕੇ ਇੱਥੇ ਕੋਈ ਕ੍ਰਾਂਤੀ ਕਰ ਦਾਂਗੇ। ਭਗਤ ਸਿੰਘ ਆਪਣੇ ਆਪ ਨੂੰ ਪੂਰੇ ਤਰੀਕੇ ਨਾਲ ਉਹਦੇ ਤੋਂ ਅੱਡ ਕਰਦੇ ਨੇ। ਉਹ ਪੂਰਾ ਲਿਖਦੇ ਨੇ ਕਿ ਮੈਂ ਆਤੰਕਵਾਦੀ ਨਹੀਂ ਹਾਂ। ਆਪਾਂ ਜੇ 2 ਫਰਵਰੀ ਦਾ ਹੀ ਉਹਨਾਂ ਦਾ ਲੇਖ ਪੜ੍ਹੀਏ 1931 ਚ ਜਿਹੜਾ ਉਹਨਾਂ ਨੇ ਲਿਖਿਆ ਉਹ ਕਹਿੰਦੇ ਨੇ ਮੈਂ ਆਤੰਕਵਾਦੀ ਨਹੀਂ ਹਾਂ। ਤੇ ਜੇ ਕਿਸੇ ਨੇ ਮੈਨੂੰ ਗਲਤ ਸਮਝ ਲਿਆ ਜੇ ਕੋਈ ਇਹ ਸੋਚਦਾ ਹੈ ਕਿ ਇਹਨੇ ਜਿਹੜੀ ਕਾਰਵਾਈਆਂ ਕੀਤੀਆਂ ਨੇ ਕਿ ਬੰਬ ਸੁੱਟਿਆ ਜਾਂ ਫਿਰ ਸੈਂਡਰਸ ਤੇ ਉਹ ਆਪਣੀ ਇਹ ਠੀਕ ਕਰ ਲੇ ਕਿ ਮੈਂ ਕਦੇ ਵੀ ਆਤੰਕਵਾਦੀ ਦੇ ਤੌਰ ਤੇ ਕੰਮ ਨਹੀਂ ਕੀਤਾ ਨਾ ਮੈਂ ਆਤੰਕਵਾਦੀ ਹੈਗਾ। ਉਹ ਇਹ ਕਹਿੰਦੇ ਨੇ ਕਿ ਜੇ ਮੈਂ ਪ੍ਰੋਪਰ ਪੜ੍ਹ ਕੇ ਸੁਣਾਵਾਂ 2 ਫਰਵਰੀ ਚ ਉਹ ਕਹਿੰਦੇ ਨੇ ਮੈਂ ਉਪਰੀ ਤੌਰ ਤੇ ਇੱਕ ਆਤੰਕਵਾਦੀ ਦੀ ਤਰ੍ਹਾਂ ਕੰਮ ਕੀਤਾ ਹੈ ਬਟ ਮੈਂ ਆਤੰਕਵਾਦੀ ਨਹੀਂ ਹਾਂ। ਮੈਂ ਇੱਕ ਕ੍ਰਾਂਤੀਕਾਰੀ ਹਾਂ ਜਿਹਦਾ ਆਪਣਾ ਲੌਂਗ ਟਰਮ ਦਾ ਪ੍ਰੋਗਰਾਮ ਹੈ ਤੇ ਮੇਰੇ ਠੋਸ ਉਹਦੇ ਵਿਚਾਰ ਨੇ ਕਿ ਮੈਂ ਆਪਣੇ ਪਾਠਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਮੇਰੇ ਪਾਠਕ ਨੇ ਕਿ ਉਹ ਮੇਰੇ ਸ਼ਬਦਾਂ ਤੇ ਪੂਰੇ ਧਿਆਨ ਦੇਣ ਤੇ ਜਿਹੜਾ ਮੈਂ ਮੇਰੀ ਪਲੀਜ਼ ਡੂ ਨੋਟ ਰੀਡ ਬਿਟਵੀਨ ਦਾ ਲਾਈਨਸ ਕਿ ਮੇਰੀ ਲਾਈਨਸ ਦੇ ਵਿਚਕਾਰ ਨਾ ਪੜਿਆ ਜਾਏ। ਮੈਂ ਪੂਰੀ ਤਾਕਤ ਨਾਲ ਕਹਿਣਾ ਚਾਹੁੰਦਾ ਮੈਂ ਕ੍ਰਾਂਤੀਕਾਰੀ ਜੀਵਨ ਦੇ ਜਿਹੜੇ ਚੰਦ ਦਿਨ ਸੀ ਉਹਨਾਂ ਤੋਂ ਸਿਵਾਏ ਮੈਂ ਆਤੰਕਵਾਦੀ ਨਹੀਂ ਹਾਂ। ਤੇ ਜੇ ਕਿਸੇ ਨੇ ਮੈਨੂੰ ਗਲਤ ਸਮਝ ਲਿਆ ਕਿਰਪਾ ਕਰਕੇ ਉਹ ਸੁਧਾਰ ਲੈਣ। ਉਹ ਇਹ ਕਹਿੰਦੇ ਨੇ ਕਿ ਪਿਸਤੌਲ ਤੇ ਬੰਮ ਨੇ ਜਿਹੜੇ ਉਹ ਇਨਕਲਾਬ ਨਹੀਂ ਲਾਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸ਼ਾਨ ਤੇ ਤੇਜ਼ ਹੁੰਦੀ ਹੈ।
ਤੁਸੀਂ ਦੇਖੋ ਕਿਹੜਾ ਪੂਰੇ ਦੁਨੀਆ 'ਚ ਆਪਾਂ ਕੋਈ ਏਦਾਂ ਦਾ ਕ੍ਰਾਂਤੀਕਾਰੀ ਦੇਖਿਆ ਜਿਹੜਾ ਇਹ ਕਹੇ ਕਿ ਬੰਬ ਤੇ ਪਿਸਤੌਲ ਕ੍ਰਾਂਤੀ ਨਹੀਂ ਲਾਉਂਦੇ, ਤੇ ਇਨਕਲਾਬ ਦੀ ਤਲਵਾਰ ਤੇ ਵਿਚਾਰਾਂ ਦੀ ਸਾਂਝ ਤੇ ਤੇਜ਼ ਹੁੰਦੀ ਹੈ। ਤੇ ਇਸ ਕਰਕੇ ਉਹਨਾਂ ਨੂੰ ਇਸ ਉਹਦੇ 'ਚ ਰੱਖਣਾ ਇਹ ਬਹੁਤ ਉਹਨਾਂ ਨਾਲ ਨਾ ਇਨਸਾਫੀ ਹੋਏਗੀ। ਭਗਤ ਸਿੰਘ ਪੂਰਾ ਇਹ ਕਹਿ ਕੇ ਚੱਲਦੇ ਨੇ ਕਿ ਜਿਹੜਾ ਆਤੰਕਵਾਦ ਦੀ ਫਿਲੋਸਫੀ ਹੈ ਉਹ ਕਿਤੇ ਨਾ ਕਿਤੇ ਨਿਰਾਸ਼ਾ ਤੋਂ ਜਨਮਿਆ ਹੋਇਆ ਜਾਂ ਇਹ ਵਿਚਾਰ ਹੈ ਤੇ ਪਟਾਕੇਬਾਜ਼ੀ ਤੋਂ ਸਿਵਾਏ ਕੁਝ ਨਹੀਂ ਹੈ। ਉਹ ਆਤੰਕਵਾਦੀ ਬਾਰੇ ਇੰਨੇ ਕਲੀਅਰ ਨੇ, ਉਹ ਕਹਿੰਦੇ ਨੇ ਕਿ ਸਮਾਜ 'ਚ ਜੇ ਕ੍ਰਾਂਤੀਕਾਰੀ ਚਿੰਤਨ ਦੀ ਪਕੜ ਹੈ ਉਹਦੀ ਅਭਾਵ ਦੀ ਵਿਅਕਤੀ ਹੈ ਆਤੰਕਵਾਦ, ਅਭਿਵਿਅਕਤੀ ਹੈ ਤੇ ਉਹ ਇੱਕ ਪਛਤਾਵਾ ਹੈ। ਉਹ ਤੇ ਬਲਕਿ ਸਪਸ਼ਟ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਬਣਨਾ ਜੇ ਆਪਾਂ ਠੂਠਾ ਕਰ ਲਈਏ, ਔਰ ਜੇ ਕੋਈ ਇਹ ਚਾਹੁੰਦਾ ਹੈ ਕਿ ਉਹਦੇ ਨਾਲ ਕਰਕੇ ਆਪਾਂ ਕੁਝ ਕਰ ਲਾਂਗੇ, ਇਹਦੇ ਨਾਲ ਕੁਝ ਨਹੀਂ ਬਣਨਾ, ਬਲਕਿ ਜਿਹੜੀ ਕ੍ਰਾਂਤੀ ਹੈ ਉਹ ਤੇ ਪਰਿਸ਼ਰਮੀ ਜਿਹੜੇ ਵਿਚਾਰਕ ਨੇ ਉਹਨਾਂ ਦੀ ਪੈਦਾਵਾਰ ਹੈ ਤੇ ਅਧਿਐਨ ਮਨਨ ਹਰ ਇੱਕ ਕ੍ਰਾਂਤੀਕਾਰੀ ਨੂੰ ਆਪਣਾ ਪਵਿੱਤਰ ਜ਼ਿੰਮੇਦਾਰੀ ਬਣਾ ਲੈਣੀ ਚਾਹੀਦੀ ਹੈ। ਤੇ ਬਹੁਤ ਸਾਰੇ ਜੇ ਆਪਾਂ ਦੇਖੀਏ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਭਗਤ ਸਿੰਘ ਤੇ ਆਤੰਕਵਾਦੀ ਕ੍ਰਾਂਤੀਕਾਰੀ ਸੀ, ਮੇਰਾ ਸਵਾਲ ਹੈ ਜੇ ਇਹ ਕੋਈ ਟਰਮ ਹੈਗੀ ਹੈ ਕਿ ਬਹੁਤ ਸਾਰੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਇਹਦੇ ਆਤੰਕਵਾਦ ਦੇ ਹੁਣ ਮੀਨਸ ਬਦਲ ਗਏ ਨੇ, ਮਾਇਨੇ ਬਦਲ ਗਏ ਨੇ। ਉਹ ਕਿਹੜੇ ਮਾਇਨੇ ਬਦਲ ਗਏ ਨੇ? ਭਗਤ ਸਿੰਘ ਤੇ ਖੁਦ ਇਹ ਲਿਖ ਕੇ ਜਾਣਾ ਸੀ ਉਹਨਾਂ ਨੇ ਕਿ ਮੈਂ ਆਤੰਕਵਾਦੀ ਨਹੀਂ ਹਾਂ, ਪਰ ਮੈਂ ਆਤੰਕਵਾਦੀ ਕ੍ਰਾਂਤੀਕਾਰੀ ਹਾਂ। ਬਟ ਉਹ ਤੇ ਅਗਲੀ ਉਹਨਾਂ ਦੀ ਤੇ ਉਹ ਸਪਸ਼ਟ ਕਹਿ ਰਹੇ ਨੇ ਮੈਂ ਆਤੰਕਵਾਦੀ ਨਹੀਂ ਹੂੰ, ਮੈਂ ਇੱਕ ਕ੍ਰਾਂਤੀਕਾਰੀ ਹਾਂ। ਤੇ ਉਹ ਖੁਦ ਕਹਿੰਦੇ ਮੈਂ ਤੇ ਆਤੰਕਵਾਦੀ ਕ੍ਰਾਂਤੀਕਾਰੀ ਹਾਂ। ਤੇ ਇਹ ਭਗਤ ਸਿੰਘ ਨਾਲ ਨਾਇਨਸਾਫੀ ਹੋਏਗੀ ਬਹੁਤ ਜ਼ਿਆਦਾ। ਤੇ ਜੇ ਆਪਾਂ ਉਹਨਾਂ ਦਾ ਪੂਰਾ ਜੀਵਨ ਦੇਖੀਏ, ਉਹ ਜਿਹੜਾ ਦੋ ਘਟਨਾਵਾਂ ਜਿਨ੍ਹਾਂ ਨੂੰ ਲੈ ਕੇ ਇਹ ਸਮਝਿਆ ਜਾਂਦਾ ਹੈ ਕਿ ਇਹ ਕ੍ਰਾਂਤੀਕਾਰੀ ਆਤੰਕਵਾਦੀ ਕਾਰਵਾਈਆਂ ਸੀ। ਸਾਂਡਰਸ ਨੂੰ ਮਾਰਿਆ ਗਿਆ, ਆਪਾਂ ਜਾਣਦੇ ਕਿ ਨਾ ਹਾਲਾਤਾਂ 'ਚ ਸਾਂਡਰਸ ਨੂੰ ਮਾਰਿਆ ਗਿਆ ਜਦੋਂ ਲਾਲਾ ਜੀ ਨੇ ਸਾਰੇ ਕੇ ਸਾਰੇ ਰਾਸ਼ਟਰ ਦਾ ਅਪਮਾਨ ਦਾ ਬਦਲਾ ਲੈਣ ਵਾਸਤੇ HSRA ਨੇ ਪੂਰਾ ਇਹਦੀ ਕੋਈ ਯੋਜਨਾ ਬਣਾਈ ਸੀ। ਐਵੇਂ ਨਹੀਂ ਕਿ ਐਵੇਂ ਉੱਠ ਕੇ ਉਹ ਚਲੇ ਗਏ ਤੇ ਸਾਂਡਰਸ ਨੂੰ ਮਾਰੀਏ। ਤੇ ਜਿਹੜਾ ਅਸੈਂਬਲੀ 'ਚ ਬੰਬ ਸੁੱਟਣ ਦਾ ਪ੍ਰੋਗਰਾਮ ਸੀ ਉਹ ਵੀ ਪੂਰਾ ਮਿੱਥ ਕੇ ਬਣਾਇਆ ਹੋਇਆ ਪ੍ਰੋਗਰਾਮ ਸੀ। ਉਹ ਐਵੇਂ ਬਿਨਾਂ ਸੋਚੀ ਸਮਝੀ ਕੋਈ ਵੀ ਉਹ ਨਹੀਂ ਸੀ ਕਿ ਉਹ ਬਿਨਾਂ ਸੋਚੇ ਸਮਝੇ ਸੁੱਟਣ ਵਾਸਤੇ ਚਲੇ ਗਏ। ਤੇ ਪੂਰਾ ਇਦਾਂ ਦਾ ਮਤਲਬ ਉਹਨਾਂ ਦਾ ਇਤਿਹਾਸ ਹੈ ਕਿ ਉਹਨਾਂ ਨੇ ਜਿਹੜੇ ਕੰਮ ਉਹਨਾਂ ਨੂੰ ਉਸ ਕੈਟੇਗਰੀ 'ਚ ਰੱਖਣਾ ਇਹ ਭਗਤ ਸਿੰਘ ਨਾਲ ਬਹੁਤ ਵੱਡਾ ਅਨਿਆਏ ਹੈ। ਤੇ ਇੱਕ ਬਹੁਤ ਆਪਾਂ ਹਿਸਟੋਰੀਕਲ ਉਹਨਾਂ ਦੀ ਇੱਕ ਭੁੱਖ ਹੜਤਾਲ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ ਕਿ ਉਹ ਭਗਤ ਸਿੰਘ ਜਿਹੜਾ 114 ਦਿਨ ਉਹਨਾਂ ਦੇ ਭੁੱਖ ਹੜਤਾਲ ਰੱਖੀ, 63ਵੇਂ ਦਿਨ ਜਤਿਨ ਦਾਸ ਸੀ ਜਿਹੜੇ ਉਹ ਸ਼ਹੀਦ ਹੋ ਗਏ ਸੀ। ਤੇ ਜਦੋਂ ਉਹਨਾਂ ਦੀ ਅੰਤਿਮ ਯਾਤਰਾ ਨਿਕਲੀ ਸੀ ਜਤਿਨ ਦਾਸ ਦੀ, ਆਪਾਂ ਪੜ੍ਹਦੇ ਹਾਂ ਕਿ ਜਿੱਥੇ ਜਿੱਥੇ ਉਹਨਾਂ ਦੀ ਅੰਤਿਮ ਯਾਤਰਾ ਗਈ ਹਰ ਸਟੇਸ਼ਨ ਤੇ ਹਜ਼ਾਰਾਂ ਲੋਕੀ ਉੱਥੇ ਆਏ ਨੇ। ਤੇ ਜਦੋਂ ਕਲਕੱਤਾ ਉਹ ਲਾਹੌਰ ਤੋਂ ਕਲਕੱਤਾ ਲੈ ਕੇ ਜਾਇਆ ਗਿਆ ਉਹਨਾਂ ਨੂੰ, ਕਲਕੱਤਾ 'ਚ 6 ਲੱਖ ਲੋਕ ਮੌਜੂਦ ਸੀਗੇ। ਤੇ ਨੇਤਾ ਜੀ ਨੇ ਉਹਨਾਂ ਨੇ ਅਗਵਾਈ ਕੀਤੀ ਜੋ ਅੰਤਿਮ ਯਾਤਰਾ ਸੀਗੀ। ਤੇ ਕਿਸੇ ਆਤੰਕਵਾਦੀ ਲੋਕਾਂ ਨਾਲ ਇੰਨੇ ਲੋਕ ਜੁੜ ਜਾਣ ਐਵੇਂ ਨਹੀਂ ਹੋ ਸਕਦਾ। ਆਤੰਕਵਾਦੀ ਤੇ ਕੁਝ ਲੋਕਾਂ ਕਰਦਾ, ਉਹ ਤੇ ਉਹਨਾਂ ਦੇ ਸਾਰੇ ਕੰਮ ਦੱਸਦੇ ਨੇ ਕਿ ਉਹਨਾਂ ਨੇ ਤੇ ਪੂਰੇ ਲੋਕਾਂ ਨੂੰ ਆਪਣੇ ਨਾਲ ਲਾ ਲਿਆ ਸੀ। ਆਪਾਂ ਪੜ੍ਹਦੇ ਹਾਂ ਜਿਸ ਦਿਨ 23 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਹੁੰਦੀ ਹੈ, ਉਸ ਦਿਨ ਪੂਰੇ ਦੇਸ਼ 'ਚ ਚੁੱਲ੍ਹਾ ਨਹੀਂ ਜਲਿਆ ਸੀ, ਉੱਥੇ ਕਿਸੇ ਨੇ ਰੋਟੀ ਨਹੀਂ ਖਾਧੀ ਸੀ ਪੂਰੇ ਜੇਲ੍ਹ 'ਚ। ਤੇ ਇਹ ਪੂਰਾ ਦਾ ਪੂਰਾ ਉਹਨਾਂ ਦੀ ਜਿਹੜੀ ਇਹ ਫਿਲੋਸਫੀ ਭਗਤ ਸਿੰਘ ਦੇ ਰਹੇ ਨੇ ਕਿ ਅਸੀਂ ਜਨਤਾ ਦੁਆਰਾ ਜਨਤਾ ਦੀ ਕ੍ਰਾਂਤੀ ਦੀ ਗੱਲ ਕਰ ਰਹੇ ਨੇ, ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸੰਗਠਿਤ ਕਰਨ ਦੀ ਗੱਲ ਕਰ ਰਹੇ ਨੇ। ਤੇ ਆਤੰਕਵਾਦ 'ਚ ਇਹ ਕਦੇ ਵੀ ਨਹੀਂ ਆ। ਸਾਹਸਵਾਦੀ ਕਿਹਾ ਜਾਂਦਾ ਹੈ, ਇਹ ਉਹਨਾਂ ਬਾਰੇ ਬਹੁਤ ਗਲਤ ਧਾਰਨਾ ਬਣੀ ਹੋਈ ਹੈ ਤੇ ਸਾਨੂੰ ਇਹ ਸੁਧਾਰਨ ਦੀ ਲੋੜ ਹੈ। ਇਹਦੇ ਵਾਸਤੇ ਭਗਤ ਸਿੰਘ ਕੋਲ ਹੀ ਆਪਾਂ ਨੂੰ ਜਾਣਾ ਪੈਣਾ। ਤੇ ਦੂਜੀ ਗੱਲ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਭਗਤ ਸਿੰਘ ਦਾ ਜਿਹੜਾ ਆਦਰਸ਼ ਸੀ, ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੀ ਫੋਟੋ ਸੀ ਉਹ ਜੇਬ 'ਚ ਰੱਖਦੇ ਸੀ ਤੇ ਉਹਨਾਂ ਦੇ ਆਦਰਸ਼ ਤੇ ਕਰਤਾਰ ਸਿੰਘ ਸਰਾਭਾ ਉਹ ਅਨਾਰਕਿਸਟ ਸੀ। ਇਹ ਬਹੁਤ ਆਪਾਂ ਪੜ੍ਹਦੇ ਹਾਂ ਕਿ ਭਗਤ ਸਿੰਘ ਅਨਾਰਕਿਸਟ ਸੀਗੇ। ਇਹਦੇ ਬਾਰੇ ਵੀ ਆਪਾਂ ਨੂੰ ਭਗਤ ਸਿੰਘ ਤੇ ਹੀ ਜਾਣਾ ਪਏਗਾ। ਭਗਤ ਸਿੰਘ ਨੇ ਅਰਾਜਕਤਾਵਾਦ ਤੇ 3 ਲੇਖ ਲਿਖੇ ਨੇ, ਜੇ ਆਪਾਂ ਉਹਨਾਂ ਨੂੰ ਪੜ੍ਹ ਲੈਂਦੇ ਹਾਂ। ਮਈ, ਜੂਨ, ਜੁਲਾਈ 1928 'ਚ 3 ਲੇਖ ਨੇ ਭਗਤ ਸਿੰਘ ਦੇ। ਤੇ ਅਰਾਜਕਤਾਵਾਦੀ ਬਾਰੇ ਉਹ ਪੂਰਾ ਕਲੀਅਰ ਕਰਦੇ ਨੇ
ਆਪਾਂ ਜੇ ਉਹਨਾਂ ਲੇਖਾਂ ਨੂੰ ਪਹਿਲੀ ਵਾਰ ਤੇ ਪੜ੍ਹਦੇ ਹਾਂ, ਪੂਰਾ ਇਹ ਦੇਖ ਸਕਦੇ ਹਾਂ ਕਿ ਅੰਤਰਰਾਸ਼ਟਰੀ ਅੰਦੋਲਨ ਤੇ ਭਗਤ ਸਿੰਘ ਦੀ ਕਿੱਦਾਂ ਦੀ ਪਕੜ ਸੀਗੀ। ਪੂਰਾ ਅੰਤਰਰਾਸ਼ਟਰੀ ਅੰਦੋਲਨ ਨੂੰ ਭਗਤ ਸਿੰਘ ਦੇਖ ਰਹੇ ਸੀ ਕਿ ਕੀ ਚੱਲਦਾ ਹੈ। ਤੇ ਅਰਾਜਕਤਾਵਾਦੀ ਉਹ ਹੁੰਦੇ ਨੇ ਬੇਸਿਕਲੀ, ਭਗਤ ਸਿੰਘ ਖੁਦ ਉਹਨੂੰ ਡਿਫਰੈਂਸ਼ੀਏਟ ਕਰਦੇ ਨੇ। ਸੈਕਿੰਡ ਜਿਹੜਾ ਉਹਨਾਂ ਦਾ ਲੇਖ ਹੈ ਉਹਦੇ 'ਚ ਉਹ ਕਹਿੰਦੇ ਨੇ ਕਿ ਅਰਾਜਕਤਾਵਾਦੀ ਉਹ ਨੇ, ਅਰਾਜਕਤਾਵਾਦੀ ਤੇ ਸਾਮਿਆਵਾਦੀ ਜਿਹੜੇ ਸਮਾਜ ਸਾਮਿਆਵਾਦ ਚਾਹੁੰਦੇ ਨੇ, ਕਹਿੰਦੇ ਉਹਨਾਂ 'ਚ ਇੱਕ ਹੀ ਡਿਫਰੈਂਸ ਹੈ। ਉਹ ਡਿਫਰੈਂਸ ਕੀ ਹੈ? ਦੋਨੋਂ ਹੱਲ ਹੈ ਕਿ ਚਾਹੁੰਦੇ ਨੇ ਕਿ ਕਲਾਸਲੈਸ ਸੁਸਾਇਟੀ ਬਣੇ, ਸਟੇਟਲੈਸ ਸੁਸਾਇਟੀ ਬਣੇ। ਬਟ ਜਿਹੜੇ ਅਰਾਜਕਤਾਵਾਦੀ ਇਹ ਕਹਿੰਦੇ ਨੇ ਕਿ ਇਹਦੇ ਵਾਸਤੇ ਕੋਈ ਏਦਾਂ ਦੇ ਸਿੱਧਾ ਆਪਾਂ ਸਟੇਟਲੈਸ ਉਹਦੇ ਤੇ ਚੱਲ ਜਾਣਾ ਹੈ। ਪਰ ਸਾਮਿਆਵਾਦੀ ਇਹ ਕਹਿੰਦੇ ਨੇ ਕਿ ਪਹਿਲਾਂ ਆਪਾਂ ਮਜ਼ਦੂਰਾਂ ਕਿਸਾਨਾਂ ਦਾ ਰਾਜ ਲੈ ਕੇ ਆਣਾ ਹੈ, ਫਿਰ ਹੀ ਆਪਾਂ ਸਾਮਿਆਵਾਦ 'ਚ ਜਾਵਾਂਗੇ, ਫਿਰ ਹੀ ਆਪਾਂ ਕਲਾਸਲੈਸ ਸੁਸਾਇਟੀ ਜਾਂ ਸਟੇਟਲੈਸ ਸੁਸਾਇਟੀ ਜਾਵਾਂਗੇ। ਸਿੰਘ ਤੇ ਐਂਗਲਸ ਕੋਟ ਕਰਦੇ ਨੇ, ਮਾਰਕਸ ਐਂਗਲਸ ਨੂੰ ਕੋਟ ਕਰਦੇ ਨੇ ਕਿ ਕਿਵੇਂ ਇੱਕ ਸਟੇਜ ਤੋਂ ਬਾਅਦ ਹੀ ਆਪਾਂ ਸਟੇਟਲੈਸ ਸੁਸਾਇਟੀ ਤੇ ਜਾ ਸਕਦੇ ਹਾਂ। ਇਹਦੇ ਬਾਰੇ ਵੀ ਡ੍ਰੀਮਲੈਂਡ ਦੀ ਭੂਮਿਕਾ 'ਚ ਉਹਨਾਂ ਦਾ ਜੇ ਆਪਾਂ ਪੜ੍ਹਦੇ ਹਾਂ, ਰੂਸ 'ਚ ਹੁਣ ਸਮਾਜਵਾਦੀ ਕ੍ਰਾਂਤੀ ਹੋਈ ਹੈ ਤੇ ਪੂੰਜੀਵਾਦੀ ਸਮਾਜ ਤੋਂ ਆਪਣੀ ਰੱਖਿਆ ਕਰਨ ਵਾਸਤੇ ਉੱਥੇ ਉਹਨਾਂ ਨੂੰ ਇੱਕ ਸੈਨਾ ਰੱਖਣੀ ਪੜ ਰਹੀ ਹੈ। ਤੇ ਇਸ ਕਰਕੇ ਭਗਤ ਸਿੰਘ ਨੂੰ ਇਹ ਕਹਿਣਾ ਕਿ ਇਹ ਅਰਾਜਕਤਾਵਾਦੀ ਸੀ, ਇਹ ਵੀ ਠੀਕ ਨਹੀਂ ਹੋਣਾ। ਭਗਤ ਸਿੰਘ ਖੁਦ ਕਲੀਅਰ ਕਰਕੇ ਗਏ ਨੇ ਕਿ ਮੈਂ ਅਰਾਜਕਤਾਵਾਦੀ ਨਹੀਂ ਹਾਂ। ਇਹਦੇ ਵਾਸਤੇ ਹੋਰ ਵੀ ਬਹੁਤ ਸਾਰੇ ਲੇਖ ਨੇ, ਜੇ ਆਪਾਂ ਉਹਨਾਂ ਦਾ ਹੋਰ ਹੁੰਦੇ ਨੇ, ਸਾਜ਼ਿਸ਼ਾਂ ਕਿਉਂ ਹੁੰਦੀਆਂ ਨੇ ਤੇ ਉਹ ਕਿਵੇਂ ਰੁਕ ਸਕਦੀਆਂ ਨੇ, ਉਹਦੇ 'ਚ ਵੀ ਉਹ ਪੂਰਾ ਕਲੀਅਰ ਕਰਦੇ ਨੇ ਕਿ ਕਿਵੇਂ ਆਪਾਂ ਪਹਿਲਾਂ ਮਜ਼ਦੂਰਾਂ ਦਾ ਕਿਸਾਨਾਂ ਦਾ ਰਾਜ ਲੈ ਕੇ ਆਣਾ ਤੇ ਫਿਰ ਕਿਵੇਂ ਆਪਾਂ ਕਲਾਸਲੈਸ ਸੁਸਾਇਟੀ ਵੱਲ ਵਧਣਾ ਹੈ। ਤੇ ਉਹ ਸਟੇਜ ਨੂੰ ਮੰਨ ਰਹੇ ਨੇ। ਬੇਸਿਕਲੀ ਜਿਹੜੇ ਅਨਾਰਕਿਸਟ ਨੇ ਉਹ ਇਹ ਸਟੇਜ ਨੂੰ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿਸੇ ਸਟੇਟ ਦੀ ਲੋੜ ਨਹੀਂ, ਆਪਾਂ ਸਿੱਧੇ ਇਹ ਜਿਹੜਾ ਚੱਲ ਰਿਹਾ ਹੈ ਉਹ ਆਪਾਂ ਨੋ ਸਟੇਟ ਜਿਹੜਾ ਸਿਸਟਮ ਹੈ ਉਹਦੇ ਤੇ ਜਾਣਾ ਹੈ। ਤੇ ਇਸ ਕਰਕੇ ਭਗਤ ਸਿੰਘ ਨੂੰ ਆਪਾਂ ਅਰਾਜਕਤਾਵਾਦੀ ਖੇਮੇ 'ਚ ਨਹੀਂ ਰੱਖ ਸਕਦੇ। ਤੇ ਅੱਗੇ ਆਪਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਭਗਤ ਸਿੰਘ ਤੇ ਬਹੁਤ ਵੱਡੇ ਰਾਸ਼ਟਰੀ ਭਗਤ ਸੀਗੇ, ਬੜੇ ਨੈਸ਼ਨਲ ਕ੍ਰਾਂਤੀਕਾਰੀ ਸੀ, ਨੈਸ਼ਨਲਿਸਟ ਸੀ। ਇਹਦੇ ਬਾਰੇ ਵੀ ਮੈਂ ਕਹਿਣਾ ਚਾਹਾਂਗੀ ਕਿ ਨੈਸ਼ਨਲਿਸਟ ਹੋਣਾ ਰਾਸ਼ਟਰੀ ਕ੍ਰਾਂਤੀਕਾਰੀਆਂ ਦੀ ਇੱਕ ਧਾਰਾ ਜਿਹੜੀ ਆਪਣੀ ਆਜ਼ਾਦੀ ਅੰਦੋਲਨ 'ਚ ਚੱਲ ਰਹੀ ਸੀ, ਉਹ ਇਹ ਸੀ, ਉਹ ਇੱਥੇ ਅੰਗਰੇਜ਼ਾਂ ਨੂੰ ਹੀ ਇੱਥੋਂ ਭਜਾਣਾ ਚਾਹੁੰਦੇ ਸੀ ਤੇ ਉਹ ਕੋਈ ਇੱਥੇ ਮਜ਼ਦੂਰ ਤੇ ਕਿਸਾਨਾਂ ਦੇ ਰਾਜ ਦੀ ਗੱਲ ਨਹੀਂ ਕਰ ਰਹੇ ਸੀ। ਬਟ ਭਗਤ ਸਿੰਘ ਆਪਣੇ ਆਪ ਨੂੰ ਇੰਟਰਨੈਸ਼ਨਲ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹਦੇ ਨਾਲ ਜੋੜਦੇ ਨੇ। ਉਹ ਆਪਣੇ ਆਪ ਨੂੰ ਮਜ਼ਦੂਰ ਕਿਸਾਨਾਂ ਦੇ ਜਿਹੜਾ ਰਸ਼ੀਆ 'ਚ ਜਿਹੜੀ ਰੈਵੋਲੂਸ਼ਨ ਹੋਈ ਸੀ ਉਹਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦੇ ਨੇ, ਉਹਦੇ ਨਾਲ ਉਹਨਾਂ ਆਪਣੇ ਆਪ ਨੂੰ ਜੋੜਦੇ ਨੇ। ਆਪਾਂ ਜੇ ਇੱਕ ਹਵਾਲਾ ਪੜ੍ਹਦੇ ਹਾਂ 24 ਜਨਵਰੀ 1930 ਨੂੰ, ਇੱਕ ਜਿਹੜਾ ਲੈਨਿਨ ਦਿਵਸ ਹੈ 24 ਜਨਵਰੀ ਨੂੰ ਉਹਨਾਂ ਦਾ ਦਿਵਸ ਆਉਂਦਾ ਹੈ ਤੇ ਉਸ ਦਿਨ ਦੀ ਗੱਲ 1930 ਦੀ ਇੱਕ ਆਪਾਂ ਡਿਸਕ੍ਰਿਪਸ਼ਨ ਇੱਕ ਪੜ੍ਹਦੇ ਹਾਂ ਕਿ ਮੈਜਿਸਟ੍ਰੇਟ ਲਾਹੌਰ ਦੇ षड्यंत्र ਕੇਸ ਚੱਲਿਆ ਹੋਇਆ ਸੀ, ਉਹਦੇ ਕੈਦੀਆਂ ਨੂੰ ਲੈ ਕੇ ਆਇਆ ਜਾਂਦਾ ਨੇ। ਉਹ ਸਾਰੇ ਕੇ ਸਾਰੇ ਕੈਦੀ ਆਪਣੇ ਗਲ 'ਚ ਲਾਲ ਰੁਮਾਲ ਪਾਉਂਦੇ ਨੇ ਤੇ ਨਾਰੇ ਲੱਗਦੇ ਨੇ ਉੱਥੇ ਇਨਕਲਾਬ ਜਿੰਦਾਬਾਦ ਦੇ, ਸਮਾਜਵਾਦ ਮੁਰਦਾਬਾਦ ਦੇ। ਤੇ ਉਸੇ ਦਿਨ ਜਿਹੜੇ ਕੈਦੀ ਨੇ ਲਾਹੌਰ ਕਨਸਪੀਰੇਸੀ ਕੇਸ ਦੇ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸੀਗੇ, ਉਹ ਮਾਸਕੋ ਦੇ ਅਧਿਕਸ਼ ਦੇ ਨਾਂ, ਤੀਸਰੇ ਇੰਟਰਨੈਸ਼ਨਲ ਦਾ ਜਿਹੜੇ ਮਾਸਕੋ ਦੇ ਅਧਿਕਸ਼ ਦੇ, ਉਹਨਾਂ ਦੇ ਨਾਂ ਇੱਕ ਤਾਰ ਭੇਜਦੇ ਨੇ ਲੈਨਿਨ ਦਿਵਸ ਤੇ ਉਹ ਲੈਨਿਨ ਦਿਵਸ ਤੇ ਵਧਾਈ ਦਿੰਦੇ ਨੇ ਕਿ ਰਸ਼ੀਆ ਦੀ ਸਫਲਤਾ ਹਾਸਿਲ ਕੀਤੀ ਹੈ, ਇਹਦੇ ਵਾਸਤੇ ਵਧਾਈ ਦੇ ਤੁਸੀਂ ਪਾਤਰ ਹੋ। ਤੇ ਨਾਲ ਦੀ ਨਾਲ ਉਹ ਆਪਣੇ ਆਪ ਨੂੰ, ਉਹ ਇਹ ਕਹਿੰਦੇ ਨੇ ਅਸੀਂ ਆਪਣੇ ਆਪ ਨੂੰ ਵਿਸ਼ਵ ਕ੍ਰਾਂਤੀਕਾਰੀ ਅੰਦੋਲਨ ਨਾਲ ਜੋੜਨਾ ਚਾਹੁੰਦੇ ਹਾਂ। ਮਜ਼ਦੂਰ ਰਾਜ ਦੀ ਜੀਤ ਹੋਵੇ ਤੇ ਸਰਮਾਏਦਾਰੀ ਦਾ ਨਾਸ਼ ਹੋਵੇ। ਤੇ ਇਹ ਜਿਹੜੀ ਗੱਲ ਹੈ ਕਿ ਉਹ ਮਜ਼ਦੂਰ ਰਾਜ ਦੀ ਜੀਤ ਹੋਏ, ਸਰਮਾਏ ਵਿਸ਼ਵ ਕ੍ਰਾਂਤੀਕਾਰੀ ਅੰਦੋਲਨ ਨਾਲ ਆਪਣੇ ਆਪ ਨੂੰ ਐਸੋਸੀਏਟ ਕਰ ਰਹੇ ਨੇ। ਇਹ ਪੂਰੇ ਭਗਤ ਸਿੰਘ ਦੀ ਜਿਹੜੀ ਅੰਤਰਰਾਸ਼ਟਰੀਤਾਵਾਦ ਦਾ ਜਿਹੜਾ ਉਹਦਾ ਅੰਤਰਰਾਸ਼ਟਰੀਤਾਵਾਦੀ ਉਹਦੀ ਸੋਚ ਹੈ, ਉਹਨੂੰ ਪੂਰੀ ਤਰ੍ਹਾਂ ਦਿਖਾਉਂਦੀ ਹੈ। ਤੇ ਆਪਾਂ ਇੱਕ ਹੋਰ ਆਪਾਂ ਜੇ ਪੜ੍ਹੀਏ ਕਿ ਉਹਨਾਂ ਦਾ ਪੂਰਾ HSRA ਜਿਵੇਂ ਕੰਮ ਕਰ ਰਹੀ ਸੀ, ਉਹਦਾ ਇੰਨਾ ਪ੍ਰਭਾਵ ਸੀ, ਇੰਨਾ ਉਹਦਾ ਅਸਰ ਸੀ ਕਿ ਅਭੀ 22 ਮਾਰਚ ਨੂੰ ਇੱਕ ਲੇਖ ਵੀ ਆਇਆ ਸੀ ਤੇ ਇਹ ਯੁੱਗ ਦ੍ਰਿਸ਼ਟਾ ਭਗਤ
ਸਿੰਘ ਹੋਰਾਂ ਦੀ ਭਗਤ ਸਿੰਘ ਹੋਰਾਂ ਦੀ ਭਤੀਜੀ ਨੇ ਜਿਹੜੀ ਲਿਖੀ ਹੈ, ਭਾਣਜੀ ਨੇ ਜਿਹੜੀ ਲਿਖੀ ਹੈ ਵਰਿੰਦਰ ਸੰਧੂ ਨੇ, ਯੁਗ ਦ੍ਰਸ਼ਟਾ ਭਗਤ ਸਿੰਘ, ਉਹਦੇ 'ਚ ਵੀ ਇਹ ਫੈਕਟ ਦਿੱਤਾ ਹੋਇਆ ਹੈ ਕਿ 3rd ਇੰਟਰਨੈਸ਼ਨਲ ਦੇ ਜਿਹੜੇ ਅਧਿਅਕਸ਼ ਸੀ ਸਟਾਲਿਨ, ਉਹਨਾਂ ਨੇ ਆਪਣਾ ਇੱਕ ਸੱਦਾ ਭੇਜਿਆ ਸੀ ਸ਼ੌਕਤ ਉਸਮਾਨੀ ਦੇ ਹੱਥ ਕਿ ਭਗਤ ਸਿੰਘ ਨੂੰ ਕਹੋ ਤੁਸੀਂ ਸੋਵੀਅਤ ਯੂਨੀਅਨ 'ਚ ਆਓ। ਮਤਲਬ ਉਹਨਾਂ ਦੀ ਕ੍ਰਾਂਤੀਕਾਰੀਤਾ ਦੇ, ਉਹਨਾਂ ਦੇ ਜਿਹੜਾ ਮੂਵਮੈਂਟ ਉੱਥੇ ਇੰਡੀਆ 'ਚ ਉਹ ਕਰ ਰਹੇ ਸੀ, ਉਹਦਾ ਅਸਰ ਸੀ ਕਿ ਸਟਾਲਿਨ ਭਗਤ ਸਿੰਘ ਨੂੰ ਉੱਥੇ ਬੁਲਾ ਰਹੇ ਸੀ, ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਤੇ ਇਹ ਸਾਰੇ ਕੇ ਸਾਰੇ ਸਿੰਘ ਦਾ ਸਾਰਾ ਜਿਹੜਾ ਆਪਣੇ ਆਪ ਨੂੰ ਅੰਤਰਰਾਸ਼ਟਰੀयतावाद ਦਾ ਜਿਹੜਾ ਉਹਨਾਂ ਦੀ ਸੋਚ ਹੈ, ਉਹਨੂੰ ਆਪਾਂ ਦਿਖਾ ਸਕਦੇ ਹਾਂ। ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਭਗਤ ਸਿੰਘ ਨੂੰ ਉਹਨਾਂ ਦਾ ਚਿੰਤਨ ਦੀ ਆਪਾਂ ਗੱਲ ਕਰੀਏ ਕਿ ਉਹ ਕਿੱਦਾਂ ਦੇ ਚਿੰਤਨ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਆਪਾਂ ਇਹ ਕਹਿੰਦੇ ਆ ਕਿ ਉਹ ਵਿਗਿਆਨਿਕ ਚਿੰਤਨ ਨੂੰ ਪੇਸ਼ ਕਰ ਰਹੇ ਸੀ। ਵਿਗਿਆਨਿਕ ਚਿੰਤਨ ਉਹ ਜਿਹੜਾ ਸਾਇੰਟੀਫਿਕਲੀ ਬੇਸ ਤੇ ਹੋਏ। ਆਪਾਂ ਬਹੁਤ ਸਾਰੇ ਲੋਕ ਇਹ ਲਿਖਦੇ ਨੇ ਕਿ ਭਗਤ ਸਿੰਘ ਦੀ ਅੰਤਿਮ ਇੱਛਾ ਉਹਨਾਂ ਤੋਂ ਜਦੋਂ ਪੁੱਛੀ ਗਈ ਕਿ ਉਹਨਾਂ ਦੀ ਅੰਤਿਮ ਇੱਛਾ ਕੀ ਹੈ, ਉਹਨਾਂ ਦੀ ਅੰਤਿਮ ਕੀ ਕਰਨਾ ਚਾਹੁੰਦੇ ਨੇ ਉਹ, ਤੇ ਬਹੁਤ ਸਾਰੇ ਲੋਕ ਇਹ ਇਮੋਸ਼ਨਲੀ ਲਿਖ ਦਿੰਦੇ ਨੇ ਜਾਂ ਇਹ ਕਹਿੰਦੇ ਨੇ ਕਿ ਭਗਤ ਸਿੰਘ ਨੇ ਤੇ ਇਹ ਕਿਹਾ ਸੀ ਕਿ ਮੈਂ ਦੁਬਾਰਾ ਇਸ ਤੇ ਭੂਮੀ ਤੇ ਜਨਮ ਲਵਾਂ ਤੇ ਦੁਬਾਰਾ ਇਹਦੀ ਸੇਵਾ ਕਰਾਂ। ਤੇ ਭਗਤ ਸਿੰਘ ਇਹਦੇ ਬਾਰੇ ਕੀ ਸੋਚਦੇ ਨੇ? ਉਹ ਮੈਂ ਨਾਸਤਿਕ ਕਿਉਂ ਹੀ ਲਿਖ ਕੇ ਗਏ ਨੇ, ਨਾ ਤੇ ਉਹ ਪੁਨਰ ਜਨਮ 'ਚ ਵਿਸ਼ਵਾਸ ਰੱਖਦੇ ਸੀ, ਤੇ ਉਹ ਤੇ ਇਹ ਕਹਿੰਦੇ ਨੇ ਕਿ ਮੈਂ ਨਾਸਤਿਕ ਕਿਉਂ ਹੂੰ, ਜਿਹੜਾ ਉਹਨਾਂ ਦਾ ਲੇਖ ਹੈ ਉਹ ਕਹਿੰਦੇ ਨੇ ਜਿਸ ਟਾਈਮ ਮੇਰੇ ਗਲ 'ਚ ਫੰਦਾ ਪਏਗਾ ਤੇ ਜਦੋਂ ਮੇਰੇ ਥੱਲੋਂ ਤਖਤਾ ਹਟਾ ਦਿੱਤਾ ਜਾਵੇਗਾ ਤੇ ਉਸ ਟਾਈਮ ਉਹ ਮੇਰਾ ਆਖਰੀ ਪਲ ਹੈ, ਉਹਦੇ ਬਾਅਦ ਅੱਗੇ ਕੁਝ ਨਹੀਂ। ਤੇ ਮੇਰੀ ਆਤਮਾ, ਜਿਹੜੇ ਤੁਸੀਂ ਕਹਿੰਦੇ ਹੋ ਵੀ ਮੈਂ ਤੇ ਮੇਰੀ ਆਤਮਾ ਉੱਥੇ ਹੀ ਖਤਮ ਹੋ ਜਾਏਗੀ, ਉਸ ਤੋਂ ਅੱਗੇ ਹੋਰ ਕੁਝ ਨਹੀਂ। ਭਗਤ ਸਿੰਘ ਪੂਰਾ ਦਾ ਪੂਰਾ ਸੁਤੰਤਰ ਵਿਚਾਰ ਦੀ, ਤਰਕ ਦੀ ਕਸੌਟੀ ਤੇ ਹਰ ਚੀਜ਼ ਨੂੰ ਤੋਲਣ ਦੇ ਉਹ ਹਾਮੀ ਸੀਗੇ। ਉਹ ਕਹਿੰਦੇ ਨੇ ਕਿ ਕੋਈ ਵੀ ਗੱਲ ਹੈ, ਜੇ ਕੋਈ ਵੀ ਕਹਿ ਰਿਹਾ ਹੈ, ਇਹ ਨਹੀਂ ਹੈ ਕਿ ਕਿਸੇ ਮਹਾਤਮਾ ਨੇ ਕਹੀ ਹੈ ਇਸ ਕਰਕੇ ਆਪਾਂ ਮੰਨ ਲਈਏ, ਬਲਕਿ ਉਹਨੂੰ ਆਪਾਂ ਤਰਕ ਦੀ ਕਸੌਟੀ ਤੇ ਦੇਖਾਂਗੇ, ਉਹਦੇ ਤੇ ਆਪਾਂ ਆਲੋਚਨਾ, ਉਹਦੀ ਸਮਾਲੋਚਨਾ ਆਪਾਂ ਪੂਰੀ ਕਰਾਂਗੇ, ਤਾਂ ਹੀ ਆਪਾਂ ਕਿਸੇ ਗੱਲ ਨੂੰ ਇਹ ਮੰਨਾਂਗੇ ਕਿ ਇਹ ਠੀਕ ਹੈ ਜਾਂ ਗਲਤ ਹੈ। ਪੂਰਾ ਦਾ ਪੂਰਾ ਭਗਤ ਸਿੰਘ ਦਾ ਵਿਚਾਰਿਕ ਜਿਹੜਾ ਚਿੰਤਨ ਹੈ, ਵਿਗਿਆਨਿਕ ਚਿੰਤਨ, ਉਹਦੀ ਆਪਾਂ ਝਲਕ ਉਹ ਲਾਸਟ ਟਾਈਮ ਤੱਕ ਆਪਾਂ ਦੇਖਦੇ ਹਾਂ। ਇੱਕ ਇਹਦੇ ਬਾਰੇ ਇੱਕ ਘਟਨਾ ਆਉਂਦੀ ਹੈ ਕਿ ਜਦੋਂ ਭਗਤ ਸਿੰਘ ਜੇਲ੍ਹ 'ਚ ਫਾਂਸੀ ਦੇਣ ਦਿੱਤੀ ਜਾ ਰਹੀ ਸੀ ਉਹਨਾਂ ਕੋਲ ਜੇਲਰ ਸੀ ਜਿਹੜੇ ਬਜ਼ੁਰਗ ਸੀ ਚਤਰ ਸਿੰਘ ਜੀ, ਉਹ ਆਏ ਉੱਥੇ ਤੇ ਉਹ ਕਹਿੰਦੇ ਦੇਖੋ ਭਗਤ ਸਿੰਘ ਤੂੰ ਕਦੇ ਰੱਬ ਨੂੰ ਹੁਣ ਤੱਕ ਤੇ ਯਾਦ ਨਹੀਂ ਕੀਤਾ, ਹੁਣ ਲਾਸਟ ਟਾਈਮ ਆ ਗਿਆ, ਤੂੰ ਇਹ ਰੱਬ ਨੂੰ ਯਾਦ ਕਰ ਲੈ, ਮੈਂ ਗੁਟਕਾ ਲੈ ਕੇ ਆਇਆ, ਤੂੰ ਰੱਬ ਨੂੰ ਯਾਦ ਕਰ ਲੈ। ਤੇ ਭਗਤ ਸਿੰਘ ਉਹਨੂੰ ਬੜੀ ਵਿਨਮਰਤਾ ਨਾਲ ਕਹਿੰਦੇ ਨੇ ਕਿ ਮੈਂ ਜਿਹੜਾ ਹੈਗਾ ਹੁਣ ਮੇਰਾ ਲਾਸਟ ਟਾਈਮ ਹੈ, ਮੇਰੇ ਕੋਲ ਕੋਈ ਟਾਈਮ ਵੀ ਨਹੀਂ ਹੈਗਾ ਕਿ ਮੈਂ ਐਕਸਪਲੇਨ ਕਰ ਸਕਾਂ ਕਿ ਮੈਂ ਕਾਹਦੇ ਵਾਸਤੇ ਇਹ ਕੀਤਾ ਸੀ। ਤੇ ਉਹ ਇਹ ਕਹਿੰਦੇ ਨੇ ਕਿ ਲੋਕ ਮੈਨੂੰ ਸਮਝਣਗੇ ਕਿ ਮੈਂ ਬੁਜ਼ਦਿਲ ਸੀ, ਕਿ ਮੌਤ ਮੇਰੇ ਅੱਗੇ ਆ ਗਈ ਤੇ ਮੈਨੂੰ ਦੇਖ ਕੇ ਮੈਂ ਡਰ ਗਿਆ, ਇਸ ਕਰਕੇ ਮੈਂ ਜਿਹੜਾ ਨਹੀਂ ਮੰਨਦਾ ਆਇਆ, ਮੈਨੂੰ ਐਵੇਂ ਦਾ ਹੀ ਰਹਿਣ ਦਿਓ ਤੇ ਮੈਂ ਉਹੀ ਐਵੇਂ ਹੀ ਮੈਂ ਚਾਹੁੰਦਾ। ਤੇ ਲਾਸਟ ਟਾਈਮ ਤੱਕ ਕਹਿਣ ਦਾ ਮਤਲਬ ਉਹ ਆਪਣਾ ਵਿਗਿਆਨਿਕ ਚਿੰਤਨ ਸੀ ਜਿਹੜਾ ਉਹਨੂੰ ਅੱਗੇ ਵਧਾ ਰਹੇ ਸੀ, ਉਹ ਵਿਗਿਆਨਿਕ ਚਿੰਤਨ ਦੇ ਮੋਢੀ ਸੀਗੇ। ਤੇ ਜੇ ਆਪਾਂ ਉਹਨਾਂ ਦਾ ਹੋਰ ਬਹੁਤ ਸਾਰੇ ਐਸਪੈਕਟਸ ਨੇ ਜਿਨ੍ਹਾਂ ਦੀ ਗੱਲਾਂ ਕਰਨੀ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ 'ਚ, ਜਦੋਂ ਆਪਾਂ ਇਸ ਟਾਈਮ ਅਸੀਂ ਇੰਡੀਆ 'ਚ ਦੇਖ ਰਹੇ ਹਾਂ ਕਿ ਕਿਵੇਂ ਸਾਨੂੰ ਵੰਡਿਆ ਜਾ ਰਿਹਾ ਹੈ ਤੇ ਕਿਵੇਂ ਸਾਡੇ ਪੂਰੇ ਡਾਈਸੈਂਟ ਤੇ ਸਾਡੇ ਤੇ ਅਟੈਕਸ ਨੇ, ਜਾਂ ਕਿਵੇਂ ਆਪਾਂ ਦੇਖ ਰਹੇ ਹਾਂ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਉਹਨੂੰ ਤੋੜਨ ਵਾਸਤੇ ਕਿਵੇਂ ਯਤਨ ਕੀਤੇ ਜਾ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਹਿੰਦੂ ਦੇ ਮੁਸਲਮਾਨ, ਜਾਂ ਫਿਰ ਹਿੰਦੂ ਸਿੱਖ, ਜਾਂ ਫਿਰ ਕੋਈ ਪਾਕਿਸਤਾਨੀ ਹੋ ਤੁਸੀਂ, ਇਹ ਉਹ। ਤੇ ਉਹਦੇ ਵਾਸਤੇ ਵੀ ਆਪਾਂ ਜੇ ਦੇਖੀਏ ਉਹਨਾਂ ਦੇ ਲੇਖ ਸੰਪਰਦਾਇਕਤਾ ਬਾਰੇ ਅਸੀਂ ਦੇਖਦੇ ਹਾਂ। ਸੰਪਰਦਾਇਕਤਾ ਤੇ ਬਹੁਤ ਵਧੀਆ ਭਗਤ ਸਿੰਘ ਨੇ ਲਿਖਿਆ। ਸੰਪਰਦਾਇਕਤਾ ਦੇ ਦੰਗੇ ਤੇ ਉਹਨਾਂ ਦਾ ਇਲਾਜ ਬਾਰੇ ਉਹ ਕਹਿੰਦੇ ਨੇ ਸੰਪਰਦਾਇਕਤਾ ਦੰਗੇ ਜਿਹੜੇ 1926 ਚ ਬਹੁਤ ਹਾਲਤ ਖਰਾਬ ਸੀ। ਅਸਲ 'ਚ ਜਿਹੜਾ ਡਿਵਾਈਡ ਐਂਡ ਰੂਲ ਦੀ ਜਿਹੜੀ ਅੰਗਰੇਜ਼ਾਂ ਦੀ ਨੀਤੀ ਹੈ, ਇਹ ਸ਼ੁਰੂ ਤੋਂ ਐਵੇਂ ਚੱਲਦੀ ਆ ਰਹੀ ਹੈ। ਜਦੋਂ ਵੀ ਅੰਦੋਲਨ ਚੱਲੇ ਨੇ ਤੇ ਅੰਗਰੇਜ਼ਾਂ ਨੇ ਪੂਰੇ ਡਿਵਾਈਡ ਐਂਡ ਰੂਲ ਦੀ ਨੀਤੀ ਅਪਣਾਈ ਤੇ ਹਿੰਦੂ ਮੁਸਲਮਾਨ ਕੀਤਾ। ਉਹੀ ਅੱਜ ਆਪਾਂ ਦੇਖ ਰਹੇ ਹਾਂ। ਜੇ ਕੋਈ ਵੀ ਅੰਦੋਲਨ ਚੱਲਦਾ ਹੈ ਤੇ ਇਹੀ ਹਿੰਦੂ ਮੁਸਲਮਾਨ ਇੱਥੇ ਚੱਲਦਾ ਹੈ। ਤੇ ਭਗਤ ਸਿੰਘ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਦੱਸ ਕੇ ਗਏ ਨੇ ਕਿ ਸੰਪਰਦਾਇਕਤਾ ਜਿਹੜਾ ਕਮਿਊਨਲਿਜ਼ਮ ਹੈ, ਫਿਰਕਾ ਪ੍ਰਸਤੀ ਹੈ, ਇਹਦਾ ਜਿਹੜਾ ਕੰਮ ਹੈ
ਜਾਂ ਖਤਮ ਕਰਨਾ ਹੈ ਸੰਪਰਦਾਇਕਤਾ ਨੂੰ, ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਕਲਾਸ ਕੌਨਸ਼ੀਅਸਨੈਸ ਆਪਾਂ ਲੋਕਾਂ ਲੈ ਕੇ ਜਾਈਏ ਕਿ ਉਹ ਕਿਸ ਕਲਾਸ ਦੇ ਨੇ। ਕਲਾਸ ਦਾ ਮਤਲਬ ਇਹ ਨਹੀਂ ਕਿ ਉਹ ਇਹ ਕਹਿੰਦੇ ਨੇ ਕਿ ਕੋਈ ਧਰਮ ਦੇ ਨਾਂ ਤੇ ਜਾਂ ਜਾਤੀ ਦੇ ਨਾਂ ਤੇ, ਨਸਲ ਦੇ ਨਾਂ ਤੇ ਲੋਕਾਂ ਨੂੰ ਨਾ ਉਹਨੂੰ ਉਹ ਭੁਲਾ ਕੇ ਉਹ ਆਪਣਾ ਵਰਗ ਪਛਾਣਨ ਕਿ ਉਹ ਕਰਨਾ ਹੈ ਅਮੀਰ ਤਬਕਾ ਜਿਹੜਾ ਸ਼ੋਸ਼ਕ ਤਬਕਾ ਹੈ ਉਹਦੇ ਨੇ। ਬਿਕੋਜ਼ ਜਿਹੜਾ ਇਸ ਤਬਕਾ ਹੈ ਜਿਹੜਾ ਸਾਡੇ ਤੇ ਰਾਜ ਕਰਨ ਵਾਲਾ ਤਬਕਾ ਹੈ ਉਹ ਹਮੇਸ਼ਾ ਚਾਹੇਗਾ ਕਿ ਅਸੀਂ ਵੰਡੇ ਰਹੇ। ਕਹਿੰਦੇ ਨੇ ਕਿ ਮਿਹਨਤਕਸ਼ ਲੋਕਾਂ ਨੂੰ ਆਪਣਾ ਵਰਗ ਤੇ ਉਹਨਾਂ ਨੂੰ ਸਾਰੇ ਧਰਮ ਦੇ, ਨਸਲ ਦੇ, ਦੇਸ਼ ਦੇ, ਰਾਸ਼ਟਰੀयता ਦੇ ਇਹ ਸਾਰੇ ਕੇ ਸਾਰੇ ਪਿੱਛੇ ਛੱਡ ਕੇ ਉਹਨਾਂ ਨੂੰ ਇਹ ਇਕੱਠਾ ਹੋਣਾ ਪਏਗਾ। ਤੇ ਇਹਦੇ ਵਾਸਤੇ ਜਿਹੜੇ ਟ੍ਰੇਡ ਯੂਨੀਅਨਸ ਨੇ ਉਹ ਆਪਣੀ ਭੂਮਿਕਾ ਵਧੀਆ ਨਿਭਾ ਸਕਦੀਆਂ ਨੇ। ਉਹ ਉਹਨਾਂ ਦਾ ਇੱਕ ਐਗਜ਼ਾਮਪਲ ਦਿੰਦੇ ਨੇ ਕਿ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਲੜਨ ਨਹੀਂ ਦਿੱਤਾ, ਬਲਕਿ ਉਹਨਾਂ ਨੂੰ ਆਪਣੇ ਵਰਗ ਸੁਚੇਤ ਕਰਕੇ ਉਹ ਉੱਥੇ ਦੰਗਿਆਂ 'ਚ ਸ਼ਾਮਿਲ ਨਹੀਂ ਹੋਏ। ਸੰਪਰਦਾਇਕ ਦੰਗਿਆਂ ਤੇ ਉਹਨਾਂ ਦਾ ਇਲਾਜ ਬਾਰੇ ਦੱਸਦੇ ਨੇ ਸਾਨੂੰ। ਇਸੇ ਤਰ੍ਹਾਂ ਜਿਹੜਾ ਅਨਟਚੇਬਿਲਿਟੀ ਦਾ ਇਸ਼ੂ ਬਹੁਤ ਉਸ ਟਾਈਮ ਫੈਲਾ ਹੋਇਆ ਸੀ ਤੇ ਭਗਤ ਸਿੰਘ ਇਹਦੇ ਬਾਰੇ ਬਹੁਤ ਦੁਖੀ ਹੋ ਕੇ ਕਹਿੰਦੇ ਨੇ ਕਿ ਅਸੀਂ ਇਸ ਤਰ੍ਹਾਂ ਦੇ ਹੁਣ ਧਰਮ ਨੇ ਪੂਰੇ ਕੇ ਪੂਰੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ ਤੇ ਸਾਰੇ ਇਸ ਟਾਈਮ ਇਹ ਨੇ ਕਿ ਕੁੱਤੇ ਦੇ ਸਾਡੀ ਗੋਦ 'ਚ ਬਹਿ ਜਾਂਦੇ ਨੇ, ਉਹ ਸਾਡੀ ਰਸੋਈ 'ਚ ਵੀ ਘੁੰਮ ਸਕਦੇ ਨੇ। ਜੇ ਬੰਦਾ ਕੋਈ ਜਿਹਨੂੰ ਅਛੂਤ ਕਹਿ ਦਿੰਦੇ ਨੇ, ਅਛੂਤ ਕਹੇ ਜਾਣ ਵਾਲੇ ਜਿਹੜੇ ਲੋਕ ਨੇ, ਲੋਕਾਂ ਨੇ ਬਣਾ ਦਿਆ ਕਿ ਇਹ ਅਛੂਤ ਨੇ, ਉਹਨਾਂ ਨੂੰ ਜੇ ਟੱਚ ਵੀ ਕਰ ਲਈਏ ਤੇ ਸਾਰਾ ਦਾ ਸਾਰਾ ਧਰਮ ਭ੍ਰਸ਼ਟ ਹੋ ਜਾਂਦਾ ਹੈ ਤੇ ਉਹ ਸਾਰੇ ਕੇ ਸਾਰੇ ਹੋ ਜਾਂਦੇ ਨੇ। ਭਗਤ ਸਿੰਘ ਇਹਦੇ ਤੇ ਬਹੁਤ ਲਾਹਨਤਾਂ ਮਾਰਦੇ ਨੇ ਕਿ ਏਦਾਂ ਦੇ ਜਿਹੜੇ ਅਛੂਤ ਦਾ ਸਵਾਲ ਨੂੰ ਉਹ ਡਿਸਕਸ ਕਰਦੇ ਹੋਏ ਕਹਿੰਦੇ ਨੇ ਕਿ ਇਹਦਾ ਇਲਾਜ ਇਹੀ ਹੈ ਕਿ ਜਿਹੜੇ ਅਛੂਤ ਕਿਹਾ ਜਾਣ ਵਾਲਾ ਵਰਗ ਹੈ ਉਹ ਆਪਣੀ ਸ਼ਕਤੀ ਨੂੰ ਪਛਾਣੇ। ਉਹਨਾਂ ਨੂੰ ਮੁਖਾਤਬ ਹੁੰਦੇ ਹੋਏ ਕਹਿੰਦੇ ਨੇ ਕਿ ਤੁਸੀਂ ਅਸਲੀ ਸਰਵਾਰਾ ਹੋ, ਤੁਸੀਂ ਸੋਏ ਹੋਏ ਸ਼ੇਰ ਹੋ, ਤੁਸੀਂ ਉਠੋ, ਤੁਸੀਂ ਆਪਣੇ ਸੰਗਠਿਤ ਹੋ ਤੇ ਤੁਸੀਂ ਗੁਲਾਮੀ ਦੇ ਜੰਜੀਰਾਂ ਤੋੜੋਗੇ ਤਾਂ ਹੀ ਤੁਹਾਡਾ ਕੁਝ ਹੋ ਸਕਦਾ ਹੈ। ਤੇ ਇਹ ਸਿਰਫ ਗੱਲ ਕਰਨ ਦੀ ਨਹੀਂ, ਭਗਤ ਸਿੰਘ ਦੇ ਆਪਣੇ ਅੰਤਿਮ ਟਾਈਮ 'ਚ ਜਦੋਂ ਆਪਾਂ ਦੇਖਦੇ ਹਾਂ ਇਹਦੇ ਵਿਵਹਾਰ 'ਚ ਉਹਨਾਂ ਨੇ ਪੂਰੀ ਦਿਖਾਇਆ ਕਿ ਕਿਵੇਂ ਉਹਨਾਂ ਨੇ, ਆਪਾਂ ਪੜ੍ਹਦੇ ਹਾਂ ਕਿ ਭਗਤ ਸਿੰਘ ਤੋਂ ਪੁੱਛਿਆ ਗਿਆ ਕਿ ਤੁਹਾਡੀ ਅੰਤਿਮ ਇੱਛਾ ਕੀ ਹੈ, ਉਹ ਕਹਿੰਦੇ ਨੇ ਕਿ ਮੈਂ ਬੇਬੇ ਦੇ ਹੱਥ ਦੀ ਰੋਟੀ ਖਾਣਾ ਚਾਹੁੰਦਾ। ਤੇ ਬੇਬੇ ਉਹ ਜਮਾਦਾਰ ਨੂੰ ਕਹਿੰਦੇ ਸੀ ਜਿਹੜੇ ਉੱਥੇ ਉਹਨਾਂ ਦਾ ਪਖਾਨਾ ਸਾਫ਼ ਕਰਦੇ ਸੀ ਉਹ ਉਹਨਾਂ ਦੀ ਕੋਠਰੀ 'ਚ, ਉਹ ਕਹਿੰਦੇ ਨੇ ਕਿ ਮੇਰੇ ਦੋ ਹੀ ਬੰਦਿਆਂ ਨੇ ਅੱਜ ਤੱਕ ਪਖਾਨਾ ਸਾਫ਼ ਕੀਤਾ ਹੈ, ਇੱਕ ਮੇਰੀ ਮਾਂ ਨੇ ਕਿ ਦੂਜੇ ਤੁਸੀਂ ਹੋ। ਤੇ ਉਸ 'ਚ ਉਹ ਆਪਣੀ ਮਾਂ ਨੂੰ ਦੇਖਦੇ ਨੇ। ਇਸ ਤੋਂ ਵੱਧ ਆਪਾਂ ਪੂਰਾ ਦਾ ਪੂਰਾ ਉਹਨਾਂ ਨੇ ਜਿਹੜਾ ਕਿਹਾ ਅਨਟਚੇਬਿਲਿਟੀ ਬਾਰੇ, ਉਹ ਆਪਣੇ ਵਿਵਹਾਰ 'ਚ ਉਹ ਦਿਖਾ ਰਹੇ ਸੀ ਕਿ ਕਿਵੇਂ ਅਨਟਚੇਬਿਲਿਟੀ ਦੇ ਇਸ਼ੂ ਨੂੰ ਉਹ ਕਰ ਰਹੇ ਸੀ, ਡੀਲ ਕਰ ਰਹੇ ਸੀ। ਤੇ ਪੂਰਾ ਆਪਾਂ ਦੇਖਦੇ ਹਾਂ ਕਿ ਨੌਜਵਾਨਾਂ ਨੂੰ ਉਹ ਸੰਦੇਸ਼ ਦੇ ਕੇ ਗਏ ਨੇ ਕਿ ਉਹਨਾਂ ਦਾ ਕੰਮ ਹੈਗਾ ਕਿ ਉਹ ਪੂਰੇ ਕੇ ਪੂਰੇ ਪੜ੍ਹਾਈ ਕਰਨ, ਪਰ ਪੜ੍ਹਾਈ ਦੇ ਨਾਲ ਨਾਲ ਜੇ ਦੇਸ਼ ਜੇ ਉਹਨਾਂ ਦੀ ਸਮੱਸਿਆਵਾਂ ਨੂੰ, ਸਮਾਜ ਦੀ ਸਮੱਸਿਆਵਾਂ ਨੂੰ ਜਾਣਨਾ, ਇਹ ਉਹਨਾਂ ਦੀ ਪੜ੍ਹਾਈ 'ਚ ਸ਼ਾਮਿਲ ਨਹੀਂ ਤੇ ਉਹ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੈਗੀ। ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਜਾਣਨਾ ਵੀ ਪਏਗਾ ਤੇ ਉਹਨਾਂ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੂੰ ਕੰਮ ਵੀ ਕਰਨਾ ਪਏਗਾ। ਤੇ ਭਗਤ ਸਿੰਘ ਕਹਿੰਦੇ ਨੇ ਕਿ ਮੈਂ ਜਿਹੜਾ ਕੰਮ ਕੀਤਾ ਹੈ ਪੂਰੀ ਜ਼ਿੰਦਗੀ 'ਚ, ਮੈਨੂੰ ਲੱਗਦਾ ਹੈ ਕਿ ਮੈਂ 1000ਵਾਂ ਹਿੱਸਾ ਵੀ ਨਹੀਂ ਕਰ ਪਾਇਆ ਜਿੰਨਾ ਮੈਂ ਕਰਨਾ ਚਾਹੁੰਦਾ ਸੀ। ਤੇ ਮੇਰਾ ਨਾਂ ਜਿਹੜਾ ਉਹ ਹਿੰਦੁਸਤਾਨੀ ਕ੍ਰਾਂਤੀ ਦਾ ਪ੍ਰਤੀਕ ਬਣ ਗਿਆ ਹੈ ਤੇ ਮੈਂ ਇਸ ਆਪਣੇ ਕੰਮ ਵਿੱਚ ਹੋਰ ਹਿੱਸਾ ਪਾ ਸਕਦਾ, ਇਹ ਮੇਰੀ ਇੱਛਾ ਸੀਗੀ ਪਰ ਮੈਂ ਨਹੀਂ ਕਰ ਸਕਦਾ। ਤੇ ਇਸੇ ਤਰ੍ਹਾਂ ਆਪਾਂ ਪੜ੍ਹਦੇ ਹਾਂ कि भगत सिंह कह रहे हैं कि हवा च रहेगी मेरे ख्याल की बिजली, ये मुश्ते खाक है पानी रहे रहे ना रहे। ये पूरे तरीके नाल उन्हें जिहड़ा विग्यानिक चिंतन सी उन्होंने भी दिखा रही है। ते उन्हां दी जिहड़ी ये सी ख्वाहिश की विचार रह जाते हैं और तुसी मेरी शरीर नूं खत्म कर सकते हो ते मेरे विचारां नूं नहीं मार सकते। अज वही विचार साडे आगे खड़े ने, आपां नूं उन्हां नूं ही जानन दी लोड़ है, उन्हां नूं ही आपां
ਸਮਝੀਏ ਤੇ ਉਹਨਾਂ ਦੀ ਰੋਸ਼ਨੀ 'ਚ ਆਪਾਂ ਕੰਮ ਕਰਾਂਗੇ ਤਾਂ ਹੀ ਕੁਝ ਹੋ ਸਕਦਾ ਹੈ, ਤਾਂ ਹੀ ਭਗਤ ਸਿੰਘ ਨੂੰ ਅੱਗੇ ਲਿਜਾਣ ਦਾ, ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦਾ ਜਿਹੜਾ ਕੰਮ ਹੈ ਆਪਾਂ ਤਾਂ ਹੀ ਕਰ ਸਕਾਂਗੇ। 2-4 ਇਸ਼ੂ ਹੋਰ ਜਿਹੜੇ ਮੈਂ 2 ਦਿਨਾਂ ਤੋਂ 23 ਮਾਰਚ ਦੇ ਆਸ-ਪਾਸ ਇਸ਼ੂ ਆਏ ਨੇ ਬਹੁਤ ਸਾਰੇ ਭਗਤ ਸਿੰਘ ਤੇ, ਆਪਾਂ ਹਰ ਵਾਰ ਡਿਸਕਸ ਕਰਨੇ ਆ ਤੇ ਕਈ ਸਾਰੇ ਉਹਨਾਂ ਬਾਰੇ ਭੁਲੇਖੇ ਵੀ ਚੱਲਦੇ ਨੇ ਕਿ ਭਗਤ ਸਿੰਘ ਦਾ ਜਿਵੇਂ ਸਾਂਡਰਸ ਨੂੰ ਮਾਰਿਆ ਤੇ 2 ਸਵਾਲ ਆ ਰਹੇ ਸੀ, ਮੈਂ ਦੇਖਦੀ ਸੀ। ਕੋਈ ਇਹ ਕਹਿ ਰਹੇ ਸੀ ਕਿ ਜਿਹੜਾ ਸਾਂਡਰਸ ਨੂੰ ਮਾਰਨ ਦਾ ਜਿਹੜਾ ਉਹਨਾਂ ਦਾ ਉਹ ਸੀ, ਜਿਹੜਾ ਉਹਨਾਂ ਦਾ ਡਿਸੀਜਨ ਸੀ ਸਾਂਡਰਸ ਨੂੰ ਮਾਰਨ ਦਾ, ਕਰੇ ਉਹ ਸਾਂਡਰਸ ਨੂੰ ਨਹੀਂ ਮਾਰਨਾ ਚਾਹੁੰਦੇ ਸੀ, ਅਸਲ 'ਚ ਸਕੋਟ ਨੂੰ ਮਾਰਨਾ ਚਾਹੁੰਦੇ ਸੀ। ਸਾਂਡਰਸ ਤੇ ਐਵੇਂ ਹੀ ਗਲਤੀ 'ਚ ਮਾਰਿਆ ਗਿਆ। ਇਹਦੇ ਬਾਰੇ ਯਸ਼ਪਾਲ ਨੇ, ਉਹਨਾਂ ਦੇ ਸਾਥੀ ਨੇ, ਭਗਤ ਸਿੰਘ ਦੇ ਸਾਥੀ ਨੇ ਲਿਖਿਆ ਹੈ ਇਹਨੂੰ ਪੂਰਾ ਸਪਸ਼ਟ ਕਰਦੇ ਹੋਏ ਕਿ ਭਗਤ ਸਿੰਘ ਕਿ ਅਸੀਂ ਸਾਡਾ ਕੀ ਪ੍ਰੋਗਰਾਮ ਸੀ। ਉਹ ਹਿੰਦੀ 'ਚ ਤੇ ਸਿੰਘਾਵਲੋਕਨ ਦੇ ਨਾਂ ਤੇ ਹੈਗਾ, ਉਹਨੂੰ ਕੀ ਕਹਿੰਦੇ ਨੇ ਪੰਜਾਬੀ 'ਚ, ਸਿੰਘਾਵਲੋਕਨ ਮੀਨਸ ਜਿਵੇਂ ਲਾਇਨ ਪਿੱਛੇ ਮੁੜ ਕੇ ਦੇਖਦਾ ਹੈ ਕਿ ਮੈਂ ਕੀ ਹੋਇਆ ਕੀ ਨਹੀਂ, ਉਹਦਾ ਉਹ ਪੂਰਾ ਉਹ ਕਰਦਾ ਹੈ, ਅਵਲੋਕਨ ਕਰਦਾ ਹੈ। ਉਹਦੇ 'ਚ ਉਹ ਲਿਖਦੇ ਨੇ ਕਿ ਇਹ ਜਿਹੜਾ ਮਿਸਕਨਸੈਪਸ਼ਨ ਸੀ ਅਸੀਂ ਸਾਂਡਰਸ ਨੂੰ ਨਹੀਂ ਮਾਰਨਾ ਸੀ, ਅਸੀਂ ਸਕੋਟ ਨੂੰ ਮਾਰਨਾ ਸੀ, ਇਹ ਅਸਲ 'ਚ ਉਹਨਾਂ ਦੇ ਸਾਥੀ ਸੀ ਜਿਹੜੇ ਜੈਪਾਲ, ਉਹਨਾਂ ਦੀ ਗਵਾਹੀ ਜਿਹੜੀ ਉਹ ਮੁਖਬਿਰ ਬਣ ਗਏ ਸੀ, ਉਹਦੇ ਤੋਂ ਆਇਆ ਸੀ। ਉਹਨਾਂ ਨੇ ਹੀ ਆਪਣੀ ਗਵਾਹੀ 'ਚ ਇਹ ਕਹਿ ਦਿੱਤਾ ਸੀ ਕਿ ਅਸੀਂ ਸਕੋਟ ਨੂੰ ਮਾਰਨ ਚੱਲੇ ਸੀ ਤੇ ਸਾਂਡਰਸ ਨੂੰ ਮਾਰ ਕੇ ਆ ਗਏ। ਅਸਲ 'ਚ ਯਸ਼ਪਾਲ ਸਪਸ਼ਟ ਕਰਦੇ ਨੇ ਕਿ ਸਕੋਟ ਸੀ ਜਿਹੜੇ ਉਹ ਤੇ ਆਪਣੀ ਛੋਟੀ ਨੀਲੀ ਮੋਟਰ 'ਚ ਆਉਂਦੇ ਸੀ ਤੇ ਸਾਂਡਰਸ ਸੀ ਜਿਹੜੇ ਉਹ ਲਾਲ ਮੋਟਰਸਾਈਕਲ ਤੇ ਆਉਂਦੇ ਸੀ ਤੇ ਸਕੋਟ ਜਿਹੜੇ ਆਉਂਦੇ ਸੀ ਉਹ ਜ਼ਿਆਦਾਤਰ ਦਫ਼ਤਰ ਆਉਣਾ ਉਹਨਾਂ ਦਾ ਇੰਨਾ ਰੈਗੂਲਰ ਨਹੀਂ ਸੀ। ਜੇ ਉਹਨਾਂ ਨੂੰ ਮਾਰਨ ਦੀ ਆਪਾਂ ਕੋਈ ਯੋਜਨਾ ਬਣਾਉਣੀ ਸੀ ਅਸੀਂ ਤੇ ਉਹ ਅਸੀਂ ਉਹਨਾਂ ਦੇ ਬੰਗਲੇ ਤੇ ਹੀ ਬਣਾਉਣੀ ਸੀ। ਤੇ ਸਾਂਡਰਸ ਨੂੰ ਮਾਰਨ ਦੀ ਜਿਹੜੀ ਯੋਜਨਾ ਸੀ, ਜਿਹੜੀ ਉਹ ਪਲਾਨ ਸੀ, ਉਹ ਡੀਏਵੀ ਕਾਲਜ ਦੇ ਸਾਹਮਣੇ ਜਿਹੜਾ ਟਿੱਬਾ ਫਰੀਦ ਦਾ ਪੁਲਿਸ ਦਫ਼ਤਰ ਸੀ ਉੱਥੇ ਬਣਾਉਣੀ ਸੀ। ਤੇ ਇਸ ਕਰਕੇ ਇਹਦੇ ਬਾਰੇ ਕਲੈਰਿਟੀ ਇਹੀ ਹੈ ਕਿ ਇਹ ਜਿਹੜੇ ਮਿਸਕਨਸੈਪਸ਼ਨ ਸੀ ਉਹ ਇੱਕ ਜੈਕੋਬੈਲ ਦੀ ਗਵਾਹੀ 'ਚ ਹੀ ਅੱਗੇ ਆਇਆ ਸੀ, ਬਟ ਉਹ ਐਵੇਂ ਨਹੀਂ ਸੀ ਕੋਈ ਇਸ਼ੂ ਕਿ ਸਾਂਡਰਸ ਨੂੰ ਨਹੀਂ ਮਾਰਨਾ ਸੀ। ਤੇ ਇੱਕ ਹੋਰ ਸਵਾਲ ਚੱਲਦਾ ਸੀ ਕਿ ਸੋਹਣ ਸਿੰਘ ਜੋਸ਼ ਬਾਰੇ ਅਸੀਂ ਪੜ੍ਹਦੇ ਹਾਂ ਕਿ ਸੋਹਣ ਸਿੰਘ ਜੋਸ਼ ਨੇ ਭਗਤ ਸਿੰਘ ਬਾਰੇ ਬਹੁਤ ਸਾਰੀ ਚੀਜ਼ਾਂ ਲਿਖੀ ਹੋਈਆਂ ਨੇ ਤੇ ਉਹ ਉਹਨਾਂ 'ਚ ਸੋਹਣ ਸਿੰਘ ਜੋਸ਼ ਦਾ ਇੱਕ ਹੋਰ ਆਉਂਦਾ ਹੈ ਕਿ 17 ਦਸੰਬਰ ਨੂੰ 1928 ਨੂੰ ਜਦੋਂ ਸਾਂਡਰਸ ਦਾ ਮਰਡਰ ਕੀਤਾ ਸੀ ਤੇ ਉਦੋਂ ਉਸੇ ਰਾਤ ਹੀ 11 ਵਜੇ ਕਿਉਂਕਿ 17 ਦਸੰਬਰ ਦੀ 4 ਵਜੇ ਸ਼ਾਮ ਨੂੰ ਸਾਂਡਰਸ ਨੂੰ ਮਾਰਿਆ ਗਿਆ ਸੀ। ਤੇ ਸੋਹਣ ਸਿੰਘ ਜੋਸ਼ ਲਿਖਦੇ ਨੇ ਕਿ 17 ਦਸੰਬਰ ਦੀ ਰਾਤ 11 ਵਜੇ ਬੜਾ ਘਰ ਜਿਹੜਾ ਮੇਰਾ ਅੰਮ੍ਰਿਤਸਰ 'ਚ ਹੈਗਾ ਬੜਾ ਘਰ, ਉੱਥੇ ਰਾਤ ਨੂੰ 11 ਵਜੇ ਭਗਤ ਸਿੰਘ ਤੇ ਸੁਖਦੇਵ ਮੇਰੇ ਕੋਲ ਆਏ ਤੇ ਉਹ ਉੱਥੇ ਹੀ ਰਹੇ। ਉਹਨਾਂ ਨੇ ਮੇਰੇ ਕੋਲ ਸੀਗਾ ਨਹੀਂ ਖਾਣ ਦਾ, ਖਾਦਾ, ਇੱਕ ਗਲਾਸ ਦੁੱਧ ਪੀਤਾ ਤੇ ਉਹ ਆ ਕੇ ਮੈਨੂੰ ਪੁੱਛਦੇ ਨੇ ਕਿ ਸਾਂਡਰਸ ਨੂੰ ਮਾਰਨ ਦਾ ਹੁਣ ਕੀ ਰਿਐਕਸ਼ਨ ਹੈ ਆਮ ਲੋਕਾਂ 'ਚ। ਉਹ ਇਹ ਪੁੱਛਣ ਵਾਸਤੇ ਉੱਥੇ ਆਏ ਨੇ। ਤੇ ਆਪਾਂ ਇਹ ਵੀ ਜਾਣਦੇ ਹਾਂ ਕਿ 20 ਦਸੰਬਰ 1928 ਨੂੰ ਭਗਤ ਸਿੰਘ ਨੂੰ ਲਾਹੌਰ ਤੋਂ ਕੱਢਣ ਵਾਸਤੇ ਦੁਰਗਾ ਭਾਬੀ ਉਹਨਾਂ ਦੀ ਵਾਈਫ ਬਣੀ ਤੇ ਕਲਕੱਤਾ ਨਿਕਲੇ ਸੀ। ਤੇ ਇਹ ਬੜਾ ਇਸ਼ੂ ਹੈ ਕਿ ਜਦੋਂ ਉਹ ਨਿਕਲ ਹੀ ਗਏ ਸੀ, ਆਪਾਂ 17 ਦਸੰਬਰ ਨੂੰ ਆਪਾਂ ਦੇਖੀਏ ਚੱਪੇ ਸੀ ਕਿ ਕੁਝ ਨੌਜਵਾਨਾਂ ਨੇ ਇਹ ਕਤਲ ਕੀਤਾ ਹੈ ਤੇ ਸਾਰੇ ਪਿੱਛੇ ਲੱਗੀ ਹੋਈ ਸੀ। ਜਦੋਂ ਤੇ ਇਹ ਲੌਜਿਕ ਦੇਣਾ ਕਿ 17 ਦਸੰਬਰ ਨੂੰ ਉਹ ਨਿਕਲ ਕੇ ਆ ਗਏ ਸੀ ਅੰਮ੍ਰਿਤਸਰ। ਸੋਹਣ ਸਿੰਘ ਜੋਸ਼ ਲਿਖਦੇ ਨੇ ਕਿ ਉਹ ਸਵੇਰੇ 4 ਵਜੇ ਉੱਥੋਂ ਵਾਪਿਸ ਚਲੇ ਗਏ ਸੀ। ਤੇ ਇਹਦਾ ਕੀ ਤੁਕ ਬਣਦਾ ਜਦੋਂ ਉਹ ਬਾਹਰ ਨਿਕਲ ਹੀ ਆਏ ਸੀ ਇੱਕ ਵਾਰ ਲਾਹੌਰ ਤੋਂ, ਸਰ ਆ ਗਏ ਸੀ ਤੇ ਉਹ ਵਾਪਿਸ ਲਾਹੌਰ ਕਿਉਂ ਗਏ? ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਕਹਾਣੀ 'ਚ ਕੋਈ ਜ਼ਿਆਦਾ ਦਮ ਨਹੀਂ ਹੈਗਾ। ਇਹ ਦੇ ਪਿੱਛੇ ਕੀ ਮੰਤਵ ਹੈ, ਇਹ ਹੋਰ ਕੁਝ ਹੋ ਸਕਦਾ ਹੈ ਤੇ ਇਹ ਮੈਨੂੰ ਮਨ ਘੜਨ ਦੀ ਸਟੋਰੀ ਵੱਧ ਲੱਗਦੀ। ਇਹਦੇ ਬਾਰੇ ਇਹ ਮੈਂ ਉਹ ਕਹਾਂਗੀ ਕਿ ਇਹ ਫੈਕਟਸ ਨੇ ਜਿਹੜੇ ਇਹ ਫੈਕਚੁਅਲੀ ਰੋਂਗ ਹੈ। ਤੇ ਆਪਾਂ ਇਸੇ ਕਰਕੇ ਭਗਤ ਸਿੰਘ ਦੀ ਜਿਹੜੀ ਵਿਰਾਸਤ ਦੀ ਗੱਲ ਆਪਾਂ ਇਸ ਕਰਕੇ ਮੈਂ ਇਹ ਚਾਹੁੰਦੀ ਹਾਂ ਕਿ ਭਗਤ ਸਿੰਘ ਦੇ ਹਰ ਮੁੱਦੇ ਆਪਾਂ ਜਾਣੀਏ, ਉਹਨਾਂ ਨੂੰ ਹਰ ਪੱਖ ਤੋਂ ਆਪਾਂ ਉਹਨਾਂ ਨੂੰ ਦੇਖੀਏ ਕਿ ਉਹ ਉਹਨਾਂ ਦਾ ਕਹਿਣਾ ਕੀ ਸੀ,
ਤਾਂ ਹੀ ਆਪਾਂ ਭਗਤ ਸਿੰਘ ਨੂੰ ਜਾਣਨ ਦਾ, ਉਹਨਾਂ ਨੂੰ ਅੱਗੇ ਕਰਨ ਦਾ ਆਪਾਂ ਉਹ ਕਰ ਸਕਦੇ ਨੇ। ਭਗਤ ਸਿੰਘ ਤੇ ਸਾਫ਼-ਸਾਫ਼ ਨੇ ਕਿ ਇਸ ਟਾਈਮ ਲੈਨਿਨ ਦੀ ਇੱਥੇ ਲੋੜ ਹੈ। ਉਹ ਇਹ ਕਹਿ ਰਹੇ ਨੇ ਕਿ ਇਸ ਟਾਈਮ ਸਭ ਤੋਂ ਵੱਧ ਜੇ ਜ਼ਰੂਰਤ ਹੈ ਤੇ ਲੈਨਿਨ ਦੀ ਇਸ ਟਾਈਮ ਇੰਡੀਆ 'ਚ ਸਭ ਤੋਂ ਵੱਧ ਜ਼ਰੂਰਤ ਹੈ। ਤੇ ਭਗਤ ਸਿੰਘ ਸਾਫ਼ ਕਹਿ ਰਹੇ ਨੇ ਕਿ ਸਾਡਾ ਮਾਰਕਸਵਾਦੀ ਢੰਗ ਦੀ ਸਮਾਜ ਵਿਵਸਥਾ ਨੂੰ ਬਣਾਉਣਾ ਹੈ, ਜਿਹੜੀ ਇਸ ਸਾਰੇ ਕੇ ਸਾਰੇ ਵਿਵਸਥਾ ਇਹਨੂੰ ਪੂਰੀ ਤਰੀਕੇ ਨਾਲ ਬਦਲ ਉਹਦੇ ਥਾਂ ਤੇ ਇੱਕ ਏਦਾਂ ਦਾ ਸਮਾਜ ਬਣਾਉਣਾ ਹੈ ਜਿਹਦੇ 'ਚ ਜਿਹੜਾ ਅਨਾਜ ਪੈਦਾ ਕਰਦਾ ਹੈ ਉਹਨੂੰ ਅਨਾਜ ਮਿਲ ਸਕੇ, ਜਿਹੜਾ ਕੱਪੜਾ ਬਣਾਉਂਦਾ ਉਹਨੂੰ ਕੱਪੜਾ ਮਿਲ ਸਕੇ, ਜਿਹੜਾ ਮਕਾਨ ਬਣਾਉਂਦਾ ਉਹਨੂੰ ਮਕਾਨ ਮਿਲ ਸਕੇ। ਤੇ ਇਸ ਕਰਕੇ ਭਗਤ ਸਿੰਘ ਨੂੰ ਮੈਂ ਕਹਾਂਗੀ ਕਿ ਉਹ ਇੱਕ ਮਾਰਕਸਵਾਦੀ ਚਿੰਤਕ ਸੀਗੇ ਤੇ ਉਹ ਕਮਿਊਨਿਸਟ ਕ੍ਰਾਂਤੀਕਾਰੀ ਸੀ। ਉਹ ਕਿਸੇ ਵੀ ਖੇਮੇ 'ਚ ਉਹਨਾਂ ਨੂੰ ਪਾਣਾ, ਉਹਨਾਂ ਬਾਰੇ ਗਲਤ ਰਾਏ ਬਣਾਉਣਾ, ਲੱਗਦਾ ਉਹਨਾਂ ਨਾਲ ਬਹੁਤ ਨਾਇਨਸਾਫੀ ਹੈ। ਇਸ ਕਰਕੇ ਇਹ ਸਾਡੇ ਤੇ ਹੁਣ ਇਹ ਉਹ ਕਹਿ ਕੇ ਗਏ ਸੀ ਬਾਬਾ ਸੋਹਣ ਸਿੰਘ ਬਕਨਾ ਤੋਂ ਮਿਲੇ ਸੀ ਜੇਲ੍ਹ 'ਚ, ਤੇ ਬਾਬਾ ਸੋਹਣ ਸਿੰਘ ਗਦਰ ਪਾਰਟੀ ਦੇ ਪਹਿਲੇ ਸੀਗੇ ਤੇ ਭੁੱਖ ਹੜਤਾਲ ਦੌਰਾਨ ਜਦੋਂ ਉਹ ਵੀ ਉੱਥੇ ਹੀ ਸੀਗੇ ਲਾਹੌਰ ਸੈਂਟਰ ਜੇਲ੍ਹ 'ਚ। ਸੋਹਣ ਸਿੰਘ ਭਕਨਾ ਨੇ ਵੀ ਉਹਨਾਂ ਨਾਲ ਭੁੱਖ ਹੜਤਾਲ ਰੱਖੀ ਸੀ। ਹਾਲਾਂਕਿ ਕਿਹਾ ਗਿਆ ਸੀ ਤੁਸੀਂ ਭੁੱਖ ਹੜਤਾਲ ਇਹਨਾਂ 'ਚ ਸ਼ਾਮਿਲ ਨਾ ਹੋ, ਜੇ ਤੁਸੀਂ ਹੋ ਗਏ ਤੁਹਾਡੀ ਹੋਰ ਸਜ਼ਾ ਵਧਾ ਦਿੱਤੀ ਜਾਏਗੀ। ਪਰ ਬਾਬਾ ਸੋਹਣ ਸਿੰਘ ਭਕਨਾ ਔਰ ਭਗਤ ਸਿੰਘ ਹੋਰਾਂ ਨਾਲ ਖੜੇ ਹੋਏ ਤੇ ਜਦੋਂ ਸਾਰਿਆਂ ਦੇ ਮਿਲਣ ਕੋਈ ਆਂਦਾ ਸੀ ਤੇ ਭਗਤ ਸਿੰਘ ਨੂੰ ਮਿਲਣ ਵਾਸਤੇ ਕੋਈ ਨਹੀਂ ਆਂਦਾ ਸੀ। ਤੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਉਹਨਾਂ ਨੂੰ ਭਗਤ ਸਿੰਘ ਨੂੰ ਪੁੱਛਿਆ ਕਿ ਤੁਹਾਨੂੰ ਮਿਲਣ ਵਾਸਤੇ ਕੋਈ ਨਹੀਂ ਆਂਦਾ, ਕੋਈ ਰਿਸ਼ਤੇਦਾਰ ਨਹੀਂ ਤੁਹਾਡਾ ਆਂਦਾ। ਭਗਤ ਸਿੰਘ ਕਹਿੰਦੇ ਨੇ ਕਿ ਸਾਡੇ ਰਿਸ਼ਤੇਦਾਰ ਕੌਣ ਨੇ? ਸਾਡੇ ਪਹਿਲੇ ਰਿਸ਼ਤੇਦਾਰ ਤੇ ਖੁਦੀਰਾਮ ਬੋਸ, ਕਰਤਾਰ ਸਿੰਘ ਸਰਾਭਾ ਸੀ ਜਿਹਨਾਂ ਤੋਂ ਅਸੀਂ, ਉਹ ਸਾਡੇ ਖੂਨ 'ਚ ਨੇ। ਤੇ ਦੂਜੇ ਤੁਸੀਂ ਹੋ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈ ਰਹੇ ਹਾਂ ਆਪਣੀ, ਜਿਨ੍ਹਾਂ ਤੋਂ ਅਸੀਂ ਕੰਮ ਕਰ ਰਹੇ ਹਾਂ। ਤੇ ਅੱਗੇ ਤੀਜੇ ਸਾਡੇ ਉਹ ਹੋਣਗੇ ਜਿਹੜੇ ਮੇਰੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਗੇ। ਤੇ ਇਸੇ ਕਰਕੇ ਜਿਹੜਾ ਭਗਤ ਸਿੰਘ ਨੇ ਜਦੋਂ ਜਦ ਸ਼ੁਰੂ ਕੀਤੀ ਸੀ, ਜਿਹੜੇ ਉਹਨਾਂ ਨੇ ਉਹ ਕਹਿ ਰਹੇ ਨੇ 20 ਮਾਰਚ ਨੂੰ 1931 ਨੂੰ ਭਗਤ ਸਿੰਘ ਲਿਖ ਰਹੇ ਨੇ ਕਿ ਅਸੀਂ ਇੱਕ ਯੁੱਧ ਚੱਲ ਰਿਹਾ ਹੈ, ਯੁੱਧ ਜਾਰੀ ਹੈ। ਤੇ ਉਹ ਇਹ ਯੁੱਧ ਜਦੋਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਸਾਰੇ ਕੇ ਸਾਰੇ ਜਿਹੜੇ ਇਨਕਮ ਦੇ ਸਾਧਨ ਨੇ, ਜਿਹੜੀ ਪੂਰੀ ਕੀ ਪੂਰੀ ਪ੍ਰੋਪਰਟੀ ਹੈ, ਉਹ ਕੁਝ ਲੋਕਾਂ ਦੇ, ਚੰਦ ਲੋਕਾਂ ਦੇ ਹੱਥਾਂ 'ਚ ਸਿਮਟੀ ਹੋਈ ਹੈ ਤੇ ਗਰੀਬ ਲੋਕਾਂ ਨੂੰ ਕੁਝ ਨਹੀਂ ਮਿਲ ਰਿਹਾ, ਉਦੋਂ ਤੱਕ ਇਹ ਸਾਰੇ ਕੇ ਸਾਰੇ ਉਹਨਾਂ ਤੇ ਜਿਹੜਾ ਕਬਜ਼ਾ ਹੈ, ਜਿਹੜਾ ਕੁਝ ਲੋਕਾਂ ਨੇ ਕਰਕੇ ਰੱਖਿਆ ਹੋਇਆ, ਜਦੋਂ ਤੱਕ ਇਹ ਕਬਜ਼ਾ ਨਹੀਂ ਛੁੱਟਦਾ ਉਦੋਂ ਤੱਕ ਇਹ ਆਪਣਾ ਯੁੱਧ ਹੈ ਜਿਹੜਾ ਇਹ ਜਾਰੀ ਰਹੇਗਾ। ਇਸੇ ਕਰਕੇ ਇਹ ਬਹੁਤ ਵੱਡੀ ਹੈਗੀ ਹੈ। ਭਗਤ ਸਿੰਘ ਨੂੰ ਜੇ ਆਈਕਨ ਮੰਨਦੇ ਆ ਤੇ ਉਹਨਾਂ ਦੇ ਮਿਸ਼ਨ ਨੂੰ, ਉਹਨਾਂ ਨੂੰ ਜਿਹੜਾ ਉਹਨਾਂ ਦੇ ਤੀਸਰੇ ਰਿਸ਼ਤੇਦਾਰ ਬਣਨ ਦੀ ਜ਼ਿੰਮੇਵਾਰੀ ਸਾਡੇ ਤੇ ਹੈ। ਤੇ ਨਾਲ ਦੀ ਨਾਲ ਉਹ ਕਿ ਜਿਵੇਂ ਆਪਾਂ ਕੋਈ ਵੀ ਪੇਸ਼ਾ ਅਪਣਾਉਂਦੇ ਨੇ, ਆਪਾਂ ਕਹਿੰਦੇ ਆ ਵੀ ਹਾਂ ਇਹ ਦਾ ਪੇਸ਼ਾ ਹੈ ਜਾਂ ਇਹ ਟੀਚਰ ਦਾ ਪੇਸ਼ਾ ਹੈ, ਕੋਈ ਵੀ ਪੇਸ਼ਾ ਹੈ। ਭਗਤ ਸਿੰਘ ਕਹਿੰਦੇ ਨੇ ਕਿ ਜਦੋਂ ਪੇਸ਼ੇ 'ਚ ਇਨਕਲਾਬੀ ਪੇਸ਼ੇਵਰ ਕ੍ਰਾਂਤੀਕਾਰੀ ਜਦੋਂ ਬਣਨਗੇ ਜ਼ਿਆਦਾ ਲੋਕ ਇਹਦੇ ਇਨਕਲਾਬ ਦਾ ਝੰਡਾ ਚੁੱਕਣਗੇ ਤੇ ਨੌਜਵਾਨ ਕ੍ਰਾਂਤੀ ਦਾ ਜਿਹੜਾ ਸੁਨੇਹਾ ਹੈ ਉਹ ਸਾਰੇ ਕੇ ਸਾਰੇ ਲੋਕਾਂ ਤੱਕ ਲੈ ਕੇ ਜਾਣਗੇ। ਆਪਾਂ ਉਹਨਾਂ ਦੇ ਬਾਰੇ ਕੁਝ ਗੱਲ ਕਰ ਸਕਨੇ ਆ, ਤਾਂ ਹੀ ਆਪਾਂ ਇਹ ਕਹਿ ਸਕਨੇ ਆ ਕਿ ਅਸੀਂ ਭਗਤ ਸਿੰਘ ਨੂੰ ਲੈ ਕੇ ਚੱਲ ਰਹੇ ਹਾਂ। ਤੇ ਇਸੇ ਕਰਕੇ ਮੈਂ ਇਸੇ ਗੱਲ ਨਾਲ ਕਿ ਅਸੀਂ ਉਸ ਵਿਰਾਸਤ ਨੂੰ ਅੱਗੇ ਵਧਾਵਾਂਗੇ। ਤੇ ਜਿਹੜੇ ਅੱਜ ਚੌਤਰਫਾ ਸਾਡੇ ਤੇ ਹਮਲੇ ਹੋ ਰਹੇ ਨੇ, ਇਦਾਂ ਦੇ ਕਾਨੂੰਨ ਸਾਹਮਣੇ ਲਾਏ ਜਾ ਰਹੇ ਨੇ, ਜਿਵੇਂ ਪਹਿਲਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਆਏ ਸੀ ਪਬਲਿਕ ਸੇਫਟੀ ਬਿਲ, ਟ੍ਰੇਡ ਡਿਸਪਿਊਟ ਬਿਲ, ਤੇ ਇਦਾਂ ਦੇ ਹੁਣ ਆਏ ਹੋਏ ਨੇ, ਕੋਈ ਫਾਰਮਰਸ ਦਾ ਆਇਆ ਹੋਇਆ ਲੇਬਰ ਕੋਡ ਬਿੱਲ ਆ ਗਿਆ ਇੰਡੀਆ 'ਚ, ਤੇ ਮਜ਼ਦੂਰਾਂ ਦੇ ਹੱਕਾਂ ਤੇ ਹਮਲੇ ਚੱਲ ਰਹੇ ਨੇ। ਤੇ ਇਸੇ ਕਰਕੇ ਜਿਹੜੇ ਲੋਕਾਂ ਨੂੰ ਅੱਜ ਆਪਾਂ ਪੜ੍ਹਦੇ ਹਾਂ ਕਿ ਕੋਈ ਨਾ ਕੋਈ ਕਨਸਪੀਰੇਸੀ 'ਚ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ, ਜਰਨਲਿਸਟ ਤੇ ਅਟੈਕ ਹੈ, ਨੌਜਵਾਨਾਂ ਤੇ ਅਟੈਕ ਹੈ, ਮਹਿਲਾਵਾਂ ਨੇ ਜਿਹੜਾ ਵੀ ਆਵਾਜ਼ ਉਠਾਉਂਦਾ ਹੈ ਉਹਨੂੰ ਚੁੱਪ ਕਰਾਉਣ ਦੀ ਜਿਹੜੀ ਸਾਜ਼ਿਸ਼ ਚੱਲੀ ਹੋਈ ਹੈ। ਤੇ ਇਹ ਕਿਹਾ ਜਾਂਦਾ, ਆਪਾਂ ਪੜ੍ਹਦੇ ਹਾਂ, ਦੇਖ ਰਹੇ ਹਾਂ ਕਿ ਇਹ ਇਸ ਕਨਸਪੀਰੇਸੀ 'ਚ ਸ਼ਾਮਿਲ ਸੀਗਾ, ਇਹ ਇਸ ਕਨਸਪੀਰੇਸੀ 'ਚ ਸ਼ਾਮਿਲ ਸੀਗਾ। ਤੇ ਭਗਤ ਸਿੰਘ ਨੇ ਬਹੁਤ ਪਹਿਲਾਂ ਲਿਖ ਚੁੱਕੇ ਨੇ ਭਗਤ ਸਿੰਘ ਕਿ ਛੜਯੰਤਰ ਸਾਜ਼ਿਸ਼ਾਂ ਕਿਉਂ ਹੁੰਦੀਆਂ ਨੇ, ਤੇ ਸਾਜ਼ਿਸ਼ਾਂ ਦਾ ਇਹ ਜਿਹੜਾ ਸ਼ਾਸਕ ਵਰਗ ਹੈ ਉਹ ਸਾਜ਼ਿਸ਼ਾਂ ਨੂੰ ਉਹ ਸੋਚਦਾ ਵੀ ਜੋ ਵੀ ਉਹਨਾਂ ਦੇ ਖਿਲਾਫ ਬੋਲਦਾ ਉਹਨੂੰ ਸਾਜ਼ਿਸ਼ ਲੱਗਦੀ ਹੈ, ਜੋ ਵੀ ਬੋਲੀਏ।
ਤੇ ਇਸ ਕਰਕੇ ਭਗਤ ਸਿੰਘ ਤੇ ਸਾਫ਼ ਲਿਖਦੇ ਨੇ ਕਿ ਇਹ ਸਾਜ਼ਿਸ਼ਾਂ ਚੱਲਦੀ ਰਹਿਣਗੀਆਂ ਜਦੋਂ ਤੱਕ ਪੇਟ ਦਾ ਸਵਾਲ ਰਹੇਗਾ, ਜਦੋਂ ਤੱਕ ਇਹ ਸਵਾਲ ਨਹੀਂ ਮੁੱਕਦਾ, ਉਦੋਂ ਤੱਕ ਸਾਜ਼ਿਸ਼ਾਂ ਦਾ ਜਿਹੜਾ ਦੌਰ ਹੈ ਉਹ ਆਪਣੀ ਜਿਹੜੀ ਪ੍ਰੇਰਨਾ ਸੀ ਉਹ ਲੈਨਿਨ ਤੋਂ ਲੈ ਰਹੇ ਸੀ। ਤੇ ਮੈਂ ਕਹਾਂਗੀ ਕਿ ਭਗਤ ਸਿੰਘ ਉੱਭਰਦੇ ਹੋਏ ਇੱਕ ਲੈਨਿਨ ਸੀ ਇੰਡੀਆ 'ਚ, ਤੇ ਉਹ ਇੱਥੇ ਸਮਾਜਵਾਦੀ ਕ੍ਰਾਂਤੀ ਦੇ ਪ੍ਰਤੀਕ ਸਨ। ਤੇ ਪਹਿਲੇ ਮੈਂ ਕਹਾਂ ਕਿ ਮਾਰਕਸਵਾਦੀ ਚਿੰਤਕ ਸੀ ਜਿਨੇ ਮਜ਼ਦੂਰ ਕਿਸਾਨਾਂ ਦਾ ਮੋਰਚਾ ਬਣਾ ਕੇ ਉਹਦੇ ਤੇ ਅਮਲ ਕਰਨ ਵਾਸਤੇ ਇੱਕ ਪੂਰਾ ਖਰੜਾ ਦਿੱਤਾ ਸੀ ਸਾਨੂੰ, ਸਾਡੇ ਅੱਗੇ ਇੱਕ ਪ੍ਰੋਗਰਾਮ ਦਿੱਤਾ ਸੀ ਤੇ ਆਪਣਾ ਪ੍ਰੋਗਰਾਮ ਜੋ ਉਹਨਾਂ ਨੇ ਕੀਤਾ ਏਦਾਂ ਦਾ ਹੋਏ ਨੇ। ਤੇ ਮੈਂ ਇਸੇ ਕਿ ਉਹਨਾਂ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਵਾਂ, ਆਪਣੀ ਗੱਲ ਖਤਮ ਕਰਨੀ ਹੈ। ਖੋਲ੍ਹ ਲਈ